ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਨੈਣ ਸੰਤੋਖ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੁਆਇਆ ਕਹੋ ਨਾਨਕ ਸਫਲ ਸੁਆਇਆ ਕਹੋ ਨਾਨਕ ਸਫਲ ਸੁਆਇਆ ਕਹੋ ਨਾਨਕ ਸਫਲ ਸੁਆਇਆ ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਤਪਾਲ ਸਿੰਘ ਘੁੱਦਾ ਤੇ ਅੱਜ ਅਸੀਂ ਬੈਠੇ ਹਾਂ 40 ਮੁਕਤਿਆਂ ਦੀ ਧਰਤੀ ਸ੍ਰੀ ਮੁਕਤਸਰ ਸਾਹਿਬ। ਗੱਲਬਾਤ ਕਰਾਂਗੇ ਬਾਈ ਰਿੰਪੇ ਬਰਾੜ ਹੋਣਾ ਨਾਲ। ਬਾਈ ਰਿੰਪਾ ਕਿੱਤੇ ਵਜੋਂ ਸਰਕਾਰੀ ਸਕੂਲ ਮਾਸਟਰ ਹੈ ਤੇ ਬਾਈ ਹੁਣੀ ਨਾ ਕੈਲੀਗ੍ਰਾਫੀ ਦਾ ਸ਼ੌਂਕ ਹੈ ਇਹਨਾਂ ਨੂੰ। ਕੈਲੀਗ੍ਰਾਫੀ ਬਹੁਤ ਸੋਹਣੀ ਕਰਦੇ ਆ, ਜਿਹਨੂੰ ਆਪਾਂ ਸੌਖੀ ਭਾਸ਼ਾ ਦੇ ਵਿੱਚ ਕਹੀਏ ਤਾਂ ਕਿਸੇ ਖਾਸ ਪੈਨਸਲ ਨਾਲ ਜਾਂ ਪੈਨ ਨਾਲ ਬਹੁਤ ਸੋਹਣੀ ਲਿਖਾਈ ਕਰਨੀ, ਉਹਨੂੰ ਆਪਾਂ ਕੈਲੀਗ੍ਰਾਫੀ ਕਹਾਂਗੇ। ਤੇ ਇਸ ਮਸਲੇ 'ਤੇ ਆਪਾਂ ਬਾਈ ਹੁਣ ਨਾਲ ਗੱਲਬਾਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਆਇਆਂ ਨੂੰ। ਧੰਨਵਾਦ ਬਾਈ ਤੁਹਾਡਾ। ਅੱਛਾ ਬਾਈ ਰਿੰਪੇ, ਪਹਿਲਾਂ ਤਾਂ ਇਹ ਦੱਸੋ ਤੁਸੀਂ ਕੈਲੀਗ੍ਰਾਫੀ ਕੀ ਹੁੰਦੀ ਆ? ਕੈਲੀਗ੍ਰਾਫੀ ਜੇ ਆਪਾਂ ਪੰਜਾਬੀ ਦੇ ਵਿੱਚ ਗੱਲ ਕਰੀਏ ਤਾਂ ਇਸ ਨੂੰ ਪੰਜਾਬੀ ਦੇ ਵਿੱਚ ਅਸੀਂ ਅੱਖਰਕਾਰੀ ਕਹਿੰਦੇ ਹਾਂ ਜੀ ਬਾਈ। ਅੱਖਰਕਾਰੀ ਦਾ ਮਤਲਬ ਹੁੰਦਾ ਕਿਸੇ ਇੱਕ ਅੱਖਰ ਨੂੰ ਸਜਾ ਕੇ ਸੋਹਣਾ ਕਰਕੇ ਲਿਖਣਾ। ਠੀਕ ਹੈ ਵੀਰੇ। ਜਿਹੜੀ ਹੁਣ ਆਮ ਬੱਚਿਆਂ ਨੂੰ ਆਪਾਂ ਲਿਖਾਈ ਸਿਖਾਉਂਦੇ ਆ ਵੀ ਬੇਟਾ ਸੋਹਣੀ ਕਰਕੇ ਲਿਖ ਲਾ, ਉਹ ਹੁੰਦੀ ਹੈ ਸੁੰਦਰ ਲਿਖਾਈ। ਸੁੰਦਰ ਲਿਖਾਈ ਤੋਂ ਅਗਲਾ ਜਿਹੜਾ ਪੜਾਅ ਹੁੰਦਾ ਉਹ ਹੁੰਦਾ ਅੱਖਰਕਾਰੀ। ਠੀਕ ਹੈ ਬਾਈ। ਇੱਕ ਅੱਖਰ ਨੂੰ ਸਜਾਉਣਾ ਕਿਵੇਂ ਹੈ, ਉਹਦੀ ਸਜਾਵਟ ਕਿਵੇਂ ਕਰਨੀ ਹੈ, ਉਹਨੂੰ ਹੋਰ ਸੋਹਣਾ ਕਿਸ ਤਰੀਕੇ ਨਾਲ ਆਪਾਂ ਬਣਾ ਕੇ ਪੇਸ਼ ਕਰ ਸਕਦੇ ਹਾਂ, ਇਹ ਚੀਜ਼ ਨੂੰ ਕਹਿੰਦੇ ਆਪਾਂ ਅੱਖਰਕਾਰੀ। ਠੀਕ ਹੈ ਬਾਈ। ਇੱਕ ਤੁਸੀਂ ਐਂ ਦੱਸੋ, ਇਹ ਜਿਵੇਂ ਆਪਣੇ ਨਿੱਕੇ ਹੁੰਦੇ ਜਵਾਕ ਦੀ ਲਿਖਾਈ ਬਾਹਲੀ ਸੋਹਣੀ ਨਹੀਂ ਹੁੰਦੀ, ਤੁਹਾਡੀ ਲਿਖਾਈ ਸ਼ੁਰੂ ਤੋਂ ਸੋਹਣੀ ਸੀਗੀ ਜਾਂ ਬਾਅਦ ਦੇ ਵਿੱਚ ਕੋਈ ਇਹਦੀ ਖਾਸ ਪ੍ਰੈਕਟਿਸ ਕੀਤੀ ਆ? ਨਹੀਂ ਬਾਈ, ਮੇਰੀ ਲਿਖਾਈ ਵੀ ਆਮ ਬੱਚਿਆਂ ਵਰਗੀ ਸੀਗੀ। ਠੀਕ ਹੈ। ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਸ਼ੁਰੂ ਤੋਂ ਹੀ ਲਿਖਾਈ ਦਾ ਸ਼ੌਂਕ ਸੀਗਾ ਜਾਂ ਮੇਰੀ ਲਿਖਾਈ ਸ਼ੁਰੂ ਤੋਂ ਸੋਹਣੀ ਸੀਗੀ। ਇੱਕ ਆਮ ਬੱਚੇ ਦੀ ਜਿਵੇਂ ਲਿਖਾਈ ਹੁੰਦੀ ਉਸੇ ਤਰ੍ਹਾਂ ਦੀ ਮੇਰੀ ਲਿਖਾਈ ਸੀਗੀ। ਠੀਕ ਹੈ ਵੀਰੇ। ਪਰ ਹੌਲੀ ਹੌਲੀ ਜਿਵੇਂ ਜਿਵੇਂ ਮਤਲਬ ਵੱਡੀਆਂ ਕਲਾਸਾਂ 'ਚ ਗਏ, ਕਿਸੇ ਬੱਚੇ ਦੀ ਲਿਖਾਈ ਦੇਖਣੀ, ਸੋਹਣੀ ਲਿਖਾਈ ਦੇਖਣੀ, ਜੀ ਕਰਦਾ ਸੀ ਯਾਰ ਆਪਾਂ ਵੀ ਇਹਦੇ ਵਾਂਗੂ ਸੋਹਣਾ ਲਿਖੀਏ। ਕੋਸ਼ਿਸ਼ ਕਰੀਦੀ ਸੀਗੀ, ਪਰ ਉਹ ਟੈਕਨੀਕਲ ਗੱਲਾਂ ਦਾ ਨਾ ਪਤਾ ਹੋਣ ਕਰਕੇ ਕੁਝ ਕੁ ਅੱਖਰ ਜਿਹੜੇ ਸੀਗੇ ਆਪਾਂ ਸੋਹਣੇ ਕਰਕੇ ਪਾਉਣ ਲੱਗ ਗਏ। ਠੀਕ ਹੈ ਬਾਈ। ਅਸਲ ਦੇ ਵਿੱਚ ਜਿਹੜੀ ਲਿਖਾਈ ਦੀ ਸ਼ੁਰੂਆਤ ਮੇਰੀ ਹੋਈ ਹੈ ਉਹ ਮੇਰੀ ਹੋਈ ਹੈ ਐਮਏ ਕਲਾਸ ਤੋਂ। ਠੀਕ ਹੈ ਜੀ। ਐਮਏ ਦੇ ਵਿੱਚ ਸਾਡੇ ਇੱਕ ਟੀਚਰ ਹੁੰਦੇ ਸੀਗੇ ਡਾਕਟਰ ਬਲਕਾਰ ਸਿੰਘ ਜੀ ਬਾਈ। ਹੁਣ ਉਹ ਵਿਚਾਰੇ ਇਸ ਦੁਨੀਆ 'ਤੇ ਨਹੀਂ ਰਹੇ। ਉਹਨਾਂ ਨੇ ਮੇਰੀ ਜਦੋਂ ਲਿਖਾਈ ਪਹਿਲੀ ਵਾਰੀ ਦੇਖੀ ਤਾਂ ਮੈਨੂੰ ਕਹਿੰਦੇ ਯਾਰ ਤੇਰੀ ਲਿਖਾਈ ਦੇ ਵਿੱਚ ਨਾ ਜੇ ਸੁਧਾਰ ਹੋ ਜਾਏ ਤਾਂ ਬਹੁਤ ਸੋਹਣੀ ਹੋ ਸਕਦੀ ਹੈ। ਠੀਕ ਹੈ ਵੀਰੇ। ਮੈਂ ਕਿਹਾ ਸਰ ਮੈਨੂੰ ਤਾਂ ਇਸ ਤਰ੍ਹਾਂ ਦਾ ਲਿਖਣਾ ਆਉਂਦਾ ਹੈ, ਸੁਧਾਰ ਕਿਵੇਂ ਕੀਤੇ ਜਾ ਸਕਦੇ ਮੈਂ ਇਹ ਤਾਂ ਤੁਸੀਂ ਦੱਸ ਸਕਦੇ ਆ। ਉਹਨਾਂ ਨੇ ਮੈਨੂੰ ਇੱਕ ਕਾਗਜ਼ ਦਿੱਤਾ ਲਿਖਣ ਲਈ, ਸਾਫ਼ ਵਰਕਾ ਸੀਗਾ ਬਿਨਾਂ ਲਾਈਨਾਂ ਤੋਂ। ਮੈਨੂੰ ਕਹਿੰਦੇ ਇਹਦੇ ਉੱਪਰ ਲਿਖ। ਜਦੋਂ ਮੈਂ ਉਹਦੇ ਉੱਪਰ ਲਿਖਿਆ ਤਾਂ ਸੱਜੇ ਪਾਸੇ ਤੋਂ ਲਿਖਾਈ ਸ਼ੁਰੂ ਕੀਤੀ ਤਾਂ ਜਿਹੜੀ ਇੱਕ ਲਾਈਨ ਸੀਗੀ ਉਹ ਨੀਚੇ ਨੂੰ ਤੁਰੀ ਆਉਂਦੀ ਸੀਗੀ। ਠੀਕ ਹੈ ਜੀ। ਖੱਬੇ ਪਾਸੇ ਆ ਕੇ ਲਾਈਨ ਦਾ ਮਤਲਬ ਕਾਫੀ ਇੰਚ ਸਾਰੇ ਦਾ ਫਰਕ ਪੈ ਗਿਆ। ਮੈਨੂੰ ਕਹਿੰਦੇ ਤੇਰੀ ਲਿਖਾਈ ਦੇ ਵਿੱਚ ਆਹ ਵੱਡਾ ਨੁਕਸ ਹੈ। ਸਾਫ਼ ਪੇਜ ਦੇ ਉੱਪਰ ਕਹਿੰਦੇ ਤੂੰ ਸਭ ਤੋਂ ਪਹਿਲਾਂ ਜਿਹੜਾ ਅਭਿਆਸ ਕਰਨਾ ਹੈ, ਤੇਰੀ ਲਾਈਨ ਸਿੱਧੀ ਹੋਣੀ ਚਾਹੀਦੀ ਹੈ। ਬਿਲਕੁਲ। ਜਿੱਥੋਂ ਜਿਹੜੀ ਐਂਗਲ ਤੋਂ ਤੂੰ ਲਾਈਨ ਸ਼ੁਰੂ ਕਰ ਲਈ, ਤੇਰੀ ਲਾਈਨ ਐਂਡ ਤੱਕ ਉਸੇ ਐਂਗਲ ਦੇ ਵਿੱਚ ਜਾਣੀ ਚਾਹੀਦੀ ਹੈ। ਠੀਕ ਹੈ ਬਾਈ। ਉਸ ਤੋਂ ਬਾਅਦ ਜਿਵੇਂ ਸਰ ਨੇ ਕਿਹਾ ਸੀਗਾ ਉਵੇਂ ਕਰਨਾ ਸ਼ੁਰੂ ਕਰਤਾ ਤੇ ਚਲੋ ਆਪ ਨੂੰ ਵੀ ਚੰਗਾ ਲੱਗਣ ਲੱਗ ਗਿਆ। ਜੀ ਬਾਈ। ਤੇ ਨਾਲ ਇੱਕ ਦੋ ਸਟੂਡੈਂਟ ਹੋਰ ਸੀਗੇ ਜਿਨ੍ਹਾਂ ਦੀ ਲਿਖਾਈ ਥੋੜੀ ਜਿਹੀ ਵਧੀਆ ਸੀ, ਫਿਰ ਸਾਡੇ ਦੇ ਵਿੱਚ ਆਪਸ ਵਿੱਚ ਮੁਕਾਬਲਾ ਜਿਹਾ ਹੁੰਦਾ ਸੀਗਾ। ਉਸ ਤੋਂ ਬਾਅਦ ਐਮਫਿਲ ਦੇ ਵਿੱਚ ਚਲੇ ਗਏ ਯੂਨੀਵਰਸਿਟੀ। ਫਿਰ ਉੱਥੇ ਜਿੰਨੇ ਥੀਸਿਸ ਲਿਖਣ ਲਈ ਨੋਟਸ ਤਿਆਰ ਕੀਤੇ ਸਾਰੇ ਪਲੇਨ ਪੇਪਰ 'ਤੇ ਕੀਤੇ। ਠੀਕ ਹੈ ਵੀਰੇ। ਤੇ ਉੱਥੇ ਫਿਰ ਜਾ ਕੇ ਥੋੜਾ ਜਿਹਾ ਲਿਖਾਈ ਦੇ ਵਿੱਚ ਆਪ ਨੂੰ ਲੱਗਿਆ ਵੀ ਇੱਕ ਤਾਂ ਫਲੋ ਬਣ ਗਿਆ ਤੇਜ਼ ਲਿਖਣ ਨਾਲ, ਇੱਕ ਸਾਫ਼ ਪੇਜ 'ਤੇ ਲਿਖਦੇ ਲਿਖਦੇ ਜਦੋਂ ਲਾਈਨਾਂ ਸਿੱਧੀਆਂ ਹੋਣ ਲੱਗ ਗਈਆਂ ਤਾਂ ਅੱਖਰ ਆਪੇ ਸੋਹਣੇ ਪੈਣ ਲੱਗ ਗਏ। ਬਿਲਕੁਲ। ਉਸ ਤੋਂ ਬਾਅਦ ਜਦੋਂ ਨੌਕਰੀ ਮਿਲ ਗਈ 2009 ਦੇ ਵਿੱਚ, ਪ੍ਰਾਇਮਰੀ ਸਕੂਲ ਦੇ ਵਿੱਚ ਜੌਬ ਹੈ ਮੇਰੀ। ਠੀਕ ਹੈ ਵੀਰੇ। ਇਸ ਤੋਂ ਪਹਿਲਾਂ ਮੈਂ ਪ੍ਰਾਈਵੇਟ ਤੌਰ 'ਤੇ ਸਾਡੇ ਖਾਲਸਾ ਕਾਲਜ ਮੁਕਤਸਰ 2 ਸਾਲ ਐਜ਼ ਏ ਪੰਜਾਬੀ ਲੈਕਚਰਰ ਪੜ੍ਹਾਇਆ ਜੀ। ਤੇ ਪਰ ਜਦੋਂ ਕਾਲਜ ਪੜ੍ਹਾ ਕੇ ਛੋਟੇ ਲੈਵਲ 'ਤੇ ਛੋਟੇ ਬੱਚਿਆਂ ਦੇ ਵਿੱਚ ਆਏ ਤਾਂ ਇੱਕ ਅਜੀਬ ਜਿਹਾ ਗੈਪ ਮਹਿਸੂਸ ਹੋਇਆ ਪਹਿਲਾਂ ਤਾਂ ਵੀ ਯਾਰ ਕਿੱਧਰ ਕਾਲਜ ਤੇ ਕਿੱਧਰ ਪ੍ਰਾਇਮਰੀ ਸਕੂਲ ਫਸ ਗਏ ਆ ਕੇ। ਪਰ ਹੌਲੀ ਹੌਲੀ ਜਿਵੇਂ ਬੱਚਿਆਂ ਨੂੰ ਹੱਥ ਨਾਲ ਫੜ ਕੇ ਅੱਖਰ ਲਿਖਣਾ ਸਿਖਾਉਣਾ ਤਾਂ ਇੱਕ ਅਜੀਬ ਜਿਹੀ ਖੁਸ਼ੀ ਦਿੰਦਾ ਸੀਗਾ। ਠੀਕ ਹੈ ਬਾਈ।
ਜਦੋਂ ਕੋਈ ਬੱਚਾ ਅੱਖਰ ਨੂੰ ਪਾਉਣਾ ਸਿੱਖਦਾ ਹੈ, ਫਿਰ ਉਸੇ ਅੱਖਰ ਨੂੰ ਸੋਹਣਾ ਕਰਕੇ ਪਾਉਣਾ ਸਿੱਖਦਾ ਹੈ, ਤਾਂ ਜਿਹੜੀ ਉਹਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ ਨਾ, ਉਹ ਸਾਨੂੰ ਬਹੁਤ ਸਕੂਨ ਦਿੰਦੀ ਹੈ। ਫਿਰ ਉਹ ਬੱਚਿਆਂ ਨਾਲ ਮੋਹ ਪੈ ਗਿਆ। ਕਰਦੇ ਕਰਦੇ ਇਸੇ ਤਰ੍ਹਾਂ 2013 ਦੇ ਵਿੱਚ ਬੱਚਿਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਆ ਗਏ। ਠੀਕ ਹੈ ਵੀਰੇ। ਮੇਰੇ ਸਾਥੀ ਅਧਿਆਪਕ ਸੀਗੇ, ਉਹਨਾਂ ਨੇ ਮੈਨੂੰ ਪ੍ਰੇਰਿਤ ਕੀਤਾ, ਕਹਿੰਦੇ ਤੂੰ ਬੱਚੇ ਲਿਖਾਈ ਦੇ ਮੁਕਾਬਲਿਆਂ ਲਈ ਤਿਆਰ ਕਰ। ਜੀ ਬਾਈ। ਬੱਚਿਆਂ ਦੀ ਤਿਆਰੀ ਸ਼ੁਰੂ ਕਰਵਾਈ। ਬੱਚਿਆਂ ਨੂੰ ਜਿੰਨੀ ਕੁ ਆਪਦੀ ਮੱਤ ਸੀਗੀ ਉਸ ਮੱਤ ਦੇ ਅਨੁਸਾਰ ਉਹਨਾਂ ਨੂੰ ਅੱਖਰ ਪਾਉਣੇ ਸਿਖਾਏ। ਠੀਕ ਹੈ। ਫਿਰ ਉਹ ਜਿਹੜੇ ਸਾਥੀ ਅਧਿਆਪਕ ਕਹਿੰਦੇ ਸੀ ਵੀ ਇਹ ਆਪਣਾ ਇੱਕ ਨਾ ਕਲਮ ਨਾਲ ਲਿਖਾਈ ਦਾ ਮੁਕਾਬਲਾ ਹੋਣਾ ਹੈ। ਕਹਿੰਦੇ ਅਸੀਂ ਚਾਹੁੰਦੇ ਵੀ ਤੂੰ ਬੱਚਿਆਂ ਨੂੰ ਕਲਮ ਨਾਲ ਤਿਆਰੀ ਕਰਵਾ। ਬਿਲਕੁਲ। ਮੈਂ ਕਦੇ ਫੱਟੀ ਲਿਖੀ ਨਹੀਂ ਸੀਗੀ, ਕਲਮ ਮੈਨੂੰ ਘੜਨੀ ਨਹੀਂ ਆਉਂਦੀ ਸੀਗੀ, ਫੜਨੀ ਨਹੀਂ ਆਉਂਦੀ ਸੀਗੀ। ਮੈਂ ਬਹੁਤ ਬੰਦਿਆਂ ਤੋਂ ਪੁੱਛ ਪੜਤਾਲ ਕੀਤੀ, ਯਾਰ ਮੈਨੂੰ ਕੋਈ ਕਲਮ ਘੜਨੀ ਸਿਖਾ ਦਿਓ, ਤੇ ਉਹ ਨਹੀਂ ਗੱਲ ਬਣੀ। ਉਹ ਕੁਦਰਤੀ ਸਬੱਬੀ ਮੈਂ ਇੱਕ ਦਿਨ ਸਾਡੇ ਤਾਇਆ ਜੀ ਕੋਲੇ ਚਲਾ ਗਿਆ। ਉਹਨਾਂ ਨਾਲ ਗੱਲਬਾਤ ਕੀਤੀ। ਮੈਂ ਕਿਹਾ ਤਾਇਆ ਜੀ ਵੀ ਤੁਸੀਂ ਛੋਟੇ ਹੁੰਦੇ ਫੱਟੀ ਲਿਖੀ ਹੈ? ਕਹਿੰਦੇ ਵੀ ਲਿਖੀ ਤਾਂ ਹੈ। ਮੈਂ ਕਿਹਾ ਮੈਨੂੰ ਕਲਮ ਘੜਨੀ ਸਿਖਾਓ। ਕਹਿੰਦੇ ਯਾਰ ਹੁਣ ਤਾਂ ਨਿਗਾਹ ਨੂਗਾ ਕੰਮ ਘੱਟ ਕਰਦੀ ਹੈ ਤੇ ਵੱਲ ਜਾ ਭੁੱਲੇ ਪਏ ਆ। ਮੈਂ ਕਿਹਾ ਨਹੀਂ ਤਾਇਆ ਜੀ, ਜਿਵੇਂ ਵੀ ਆਉਂਦੀ ਹੈ ਮੈਨੂੰ ਸਿਖਾਓ। ਮੈਨੂੰ ਕਹਿੰਦੇ ਕਾਨਾ ਲੈ ਕੇ ਆ। ਠੀਕ ਹੈ ਬਾਈ। ਮੈਂ ਨਿਕਲਿਆ ਉੱਥੋਂ, ਉਹਨਾਂ ਦੇ ਘਰ ਦੇ ਨੇੜੇ ਗੱਡੀ ਦੀ ਲੈਣ ਆ, ਮੈਂ ਉਧਰ ਨੂੰ ਤੁਰ ਪਿਆ। ਮੈਨੂੰ ਕਹਿੰਦੇ ਕਿੱਧਰ ਚੱਲੇ ਆ? ਮੈਂ ਕਿਹਾ ਜੀ ਕਾਨਾ ਲੈਣ। ਅਖੇ ਕਾਨਾ ਕਿੱਥੋਂ ਲੈਂਗਾ? ਮੈਂ ਕਿਹਾ ਜੀ ਉੱਥੇ ਸਾਰ ਖੜੇ ਗੱਡੀ ਦੀ ਲੈਣ ਤੇ, ਉੱਥੋਂ ਪਟ ਲਿਆਉਣੇ ਆ। ਕਹਿੰਦੇ ਉਹਦੀ ਕਲਮ ਬਣਦੀ ਹੈ? ਤੇ ਮੈਂ ਕਿਹਾ ਜੀ ਕਾਨੇ ਦੀ ਬਣਦੀ ਹੈ। ਉਹ ਕਹਿੰਦੇ ਨਹੀਂ, ਇਸ ਕਾਨੇ ਦੀ ਨਹੀਂ ਬਣਦੀਗੀ, ਕਲਮ ਬਣਦੀ ਹੁੰਦੀ ਸੁੱਕੇ ਕਾਨੇ ਦੀ। ਬਿਲਕੁਲ। ਗਿੱਲੇ ਕਾਨੇ ਦੀ ਕਲਮ ਨਹੀਂ ਬਣਦੀ। ਠੀਕ ਹੈ। ਮੈਂ ਕਿਹਾ ਤਾਇਆ ਜੀ ਫਿਰ ਸੁੱਕਾ ਕਾਨਾ ਕਿੱਥੋਂ ਲਈਏ? ਉਹ ਮੈਨੂੰ ਕਹਿੰਦੇ ਸਾਡੇ ਪਸ਼ੂਆਂ ਵਾਲੇ ਵਾੜੇ 'ਚ ਨਾ ਛੱਪੜ ਆਇਆ ਪਸ਼ੂਆਂ ਵਾਲਾ। ਠੀਕ ਹੈ। ਉੱਥੇ ਸੁੱਕੇ ਕਾਨੇ ਹੈ, 15-20 ਸਾਲ ਪੁਰਾਣੇ ਕਾਨੇ, ਉਹਨਾਂ 'ਚੋਂ ਭਾਲ ਲਿਆ ਸਿੱਧੇ ਸਿੱਧੇ ਕਾਨੇ। ਬਿਲਕੁਲ। ਤੇ ਕਹਿੰਦੇ ਚੀਚੀ ਤੋਂ ਮੋਟਾ ਕਾਨਾ ਨਾ ਹੋਵੇ। ਮੈਂ ਚਲੋ ਜੀ ਉਹ 5-6 ਕਾਨੇ ਲਿਆਇਆ। ਉਹ ਜਿੰਨੀ ਕੁ ਉਹਨਾਂ ਦੀ ਨਿਗਾਹ ਸੀਗੀ, ਜਿੰਨਾ ਕੁ ਮਤਲਬ ਉਹਨਾਂ ਨੂੰ ਪਤਾ ਸੀਗਾ, ਉਨੀ ਕੁ ਉਸ ਹਿਸਾਬ ਨਾਲ ਉਹਨਾਂ ਨੇ ਮੈਨੂੰ ਕਲਮ ਘੜ ਕੇ ਦੇਤੀ। ਮੈਨੂੰ ਬੜਾ ਚਾਅ ਚੜਿਆ ਵੀ ਮੈਨੂੰ ਕਲਮ ਘੜਨ ਦਾ ਵੱਲ ਆ ਗਿਆ ਵੇਖ ਕੇ। ਮੈਂ ਅਗਲੇ ਦਿਨ ਸਕੂਲ ਜਾ ਕੇ ਉਹ ਕਲਮ ਚਲਾਈ ਤਾਂ ਮੇਰੇ ਤੋਂ ਕਲਮ ਨਾ ਚੱਲੇ। ਮੈਂ ਬੜਾ ਪਰੇਸ਼ਾਨ ਵੀ ਕਲਮ ਦੇ ਵਿੱਚ ਨੁਕਸ ਕੀ ਹੈ। ਫਿਰ ਮੈਂ ਕਲਮ ਦੀ ਭੰਨ ਤੋੜ ਕੀਤੀ ਆਪਦੇ ਹਿਸਾਬ ਨਾਲ, 4-5 ਵਾਰੀ ਉਹਨੂੰ ਤੋੜਿਆ, ਉਹਨੂੰ ਘੜਿਆ। ਫਿਰ ਜਾ ਕੇ ਦੇਖਿਆ ਵੀ ਜਿਹੜੇ ਕਲਮ ਦੀ ਟਿਪ ਹੈ, ਅਗਲਾ ਹਿੱਸਾ, ਉਹ ਕਾਗਜ਼ ਦੇ ਉੱਪਰ ਪੱਧਰ ਨਹੀਂ ਲੱਗ ਰਿਹਾ ਸੀਗਾ। ਠੀਕ ਹੈ। ਫਿਰ ਉਹਨੂੰ ਅੱਗੋਂ ਕੱਟ ਦਿੱਤਾ ਆਪਦੇ ਹਿਸਾਬ ਨਾਲ। ਜਦੋਂ ਕੱਟ ਦਿੱਤਾ, ਉਹਦਾ ਜਿਹੜਾ ਅਗਲਾ ਸਰਫੇਸ ਪੱਧਰ ਹੋ ਗਿਆ ਪੂਰਾ ਕਾਗਜ਼ ਤੇ। ਜਦੋਂ ਉਹਨੇ ਸਿੱਧੀ ਲਾਈਨ ਵਾਈ, ਬੜੀ ਖੁਸ਼ੀ ਹੋਈ ਵੀ ਯਾਰ ਲੈ ਲਿਆ ਕੰਮ ਹੁਣ ਤਾਂ। ਚਲੋ ਉਹ ਕਲਮ ਨਾਲ ਹੌਲੀ ਹੌਲੀ ਬੱਚਿਆਂ ਨੂੰ ਤਿਆਰੀ ਕਰਵਾਉਣੀ ਸ਼ੁਰੂ ਕਰਤੀ। ਫਿਰ ਇੱਕ ਦੁਵਿਧਾ ਇਹ ਖੜੀ ਹੋ ਗਈ ਵੀ ਕਲਮ ਨਾਲ ਕਦੇ ਲਿਖਿਆ ਨਹੀਂ ਸੀ। ਫਿਰ ਤਾਇਆ ਜੀ ਕੋਲੇ ਗਏ ਵੀ ਅੱਖਰ ਪਾਉਣੇ ਵੀ ਸਿਖਾਓ। ਚਲੋ ਜਿੰਨੀ ਕੁ ਉਹਨਾਂ ਨੂੰ ਪਤਾ ਸੀਗਾ ਉਹਨਾਂ ਨੇ ਸਿਖਾਤਾ। ਫਿਰ YouTube ਦੇ ਉੱਪਰ ਵੀਡੀਓਜ਼ ਦੇਖੀਆਂ। ਜੀ ਬਾਈ। YouTube ਦੇ ਉੱਪਰ ਜਦੋਂ ਸਰਚ ਮਾਰੀ ਤਾਂ ਪੰਜਾਬੀ ਦੇ ਵਿੱਚ ਕੋਈ ਬਹੁਤੀਆਂ ਜ਼ਿਆਦਾ ਕਲਮ ਦੇ ਨਾਲ ਲਿਖਾਈ ਦੀਆਂ ਵੀਡੀਓ ਨਹੀਂ ਮੈਨੂੰ ਮਿਲੀਆਂ। ਫਿਰ ਮੈਂ ਇਸਲਾਮਿਕ ਵੀਡੀਓ ਦੇਖੀਆਂ। ਜੀ ਬਾਈ। ਉਹਨਾਂ ਦਾ ਕੰਮ ਕਲਮ ਦੇ ਨਾਲ ਬਹੁਤ ਜ਼ਿਆਦਾ ਹੋਇਆ ਹੋਇਆ। ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਵਾਚਿਆ ਵੀ ਕਿੱਥੋਂ ਉਹ ਕਲਮ ਰੱਖਦੇ ਆ, ਕਿੱਥੋਂ ਚੱਕਦੇ ਆ, ਕਿਵੇਂ ਸਟ੍ਰੋਕ ਦਿੰਦੇ ਆ। ਉਹ ਕਈ ਦਿਨ ਮੈਂ ਦੇਖਦਾ ਰਿਹਾ। ਠੀਕ ਹੈ ਜੀ। ਫਿਰ ਉਹਨਾਂ ਦੇ ਕਲਮ ਘੜਨ ਦੇ ਤਰੀਕੇ ਦੇਖੇ ਵੀਡੀਓ ਤੇ। ਜੀ। ਫਿਰ ਉਸ ਤੋਂ ਬਾਅਦ ਫਰਕ ਦੇਖਿਆ ਵੀ ਗੁਰਮੁਖੀ ਲਿਖਣ ਦਾ ਤੇ ਇੱਕ ਜਿਹੜੀ ਅਰੈਬਿਕ ਲਿਖਣ ਦਾ ਕੀ ਫਰਕ ਹੈ। ਜੀ ਬਾਈ। ਉਹ ਕਲਮ ਦਾ ਫਰਕ ਸੀਗਾ, ਕਲਮ ਦੇ ਕੱਟ ਦਾ ਫਰਕ ਸੀਗਾ। ਠੀਕ ਹੈ ਜੀ। ਫਿਰ ਗੁਰਮੁਖੀ ਲਿਖਣ ਲਈ ਕਲਮ ਤਿਆਰ ਕੀਤੀ ਖੁਦ, ਗੁਰਮੁਖੀ ਦੇ ਅੱਖਰਾਂ ਦੇ ਅਨੁਸਾਰ, ਕਿਉਂਕਿ ਗੁਰਮੁਖੀ ਦੀਆਂ ਜਿਹੜੀਆਂ ਗਲਾਈਆਂ ਦੋਨੇ ਪਾਸੇ ਹੈ। ਜੀ ਬਾਈ। ਫਿਰ ਜਦੋਂ ਕਲਮ ਤਿਆਰ ਕੀਤੀ, ਹੌਲੀ ਹੌਲੀ ਬੱਚਿਆਂ ਨੂੰ ਅਭਿਆਸ ਕਰਵਾਇਆ। ਬਲਾਕ ਲੈਵਲ ਤੇ ਮੇਰੇ ਸਕੂਲ ਦੇ ਬੱਚੇ ਸੀਗੇ, ਉਹ ਫਸਟ ਆ ਗਏ। ਉਦੋਂ ਕਹਿੰਦੇ ਵੀ ਇਹ ਚਲੋ ਨਾਲ ਆਪਾਂ ਟੀਚਰਸ ਦਾ ਵੀ ਮੁਕਾਬਲਾ ਕਰਵਾਈਏ। ਜੀ। ਮੈਂ ਵੀ ਮੁਕਾਬਲੇ 'ਚ ਬੈਠ ਗਿਆ। ਹੱਥ ਕੰਬਣ ਲਿਖਦੇ ਤੇ ਪਹਿਲੀ ਵਾਰੀ ਮੁਕਾਬਲੇ 'ਚ ਬੈਠਾ ਸੀਗਾ। ਚਲੋ ਮੈਂ ਉੱਥੇ ਮੁਕਾਬਲੇ ਦੇ ਵਿੱਚ ਬੈਠਾ ਤੇ ਮੇਰੀ ਜਿਹੜੀ ਦੂਜੀ ਪੋਜੀਸ਼ਨ ਆ ਗਈ। ਥੋੜਾ ਜਿਹਾ ਹੌਸਲਾ ਹੋ ਗਿਆ ਵੀ ਜ਼ਿਲ੍ਹਾ ਲੈਵਲ ਤੇ ਜਾਣਾ ਹੈ। ਜਦੋਂ ਜ਼ਿਲ੍ਹਾ ਲੈਵਲ ਵਾਸਤੇ ਤਿਆਰੀ ਸ਼ੁਰੂ ਕੀਤੀ ਤਾਂ ਫਿਰ ਮੈਂ ਹੋਰ ਵੀਡੀਓਜ਼ ਦੇਖੀਆਂ, ਹੋਰ ਤਿਆਰੀ ਕੀਤੀ, ਬੱਚਿਆਂ ਦੀ ਤਿਆਰੀ ਕਰਵਾਈ। ਜੀ ਬਾਈ। ਫਿਰ ਜਦੋਂ ਜ਼ਿਲ੍ਹਾ ਲੈਵਲ ਦੇ ਮੁਕਾਬਲੇ ਹੋਏ ਤਾਂ ਮੇਰੀ ਪਹਿਲੀ ਪੋਜੀਸ਼ਨ ਆ ਗਈ ਉੱਥੇ। ਜੀ। ਮੇਰੇ ਬੱਚੇ ਦੀ ਸੈਕਿੰਡ ਰਹਿ ਗਈ। ਜੀ। ਫਿਰ ਉਸ ਤੋਂ ਬਾਅਦ ਕਹਿੰਦੇ ਵੀ ਇਹ ਹੁਣ ਸਟੇਟ ਦੇ ਮੁਕਾਬਲੇ ਹੋਣਗੇ। ਜੀ। ਚਲੋ ਸਟੇਟ ਲਈ ਤਿਆਰੀ ਸ਼ੁਰੂ ਕਰਤੀ। 2013 ਦੀ ਗੱਲ ਹੈ ਸ਼ਾਇਦ ਇਹ। ਸਟੇਟ ਦੇ ਮੁਕਾਬਲਿਆਂ ਦੇ ਵਿੱਚ ਗਏ ਤਾਂ ਉੱਥੇ ਜਾ ਕੇ ਦੇਖਿਆ ਵੀ ਉਹਨਾਂ ਦਾ ਕੋਈ ਪੈਮਾਨਾ ਨਹੀਂ ਸੀਗਾ ਮੁਕਾਬਲੇ ਦਾ। ਉਹਨਾਂ ਨੇ ਵਿੱਚੇ ਪੈਨ ਵਾਲੇ ਬਿਠਾ ਲਏ, ਵਿੱਚੇ ਕੈਲੀਗ੍ਰਾਫੀ ਪੈਨ ਵਾਲੇ ਬਿਠਾ ਲਏ, ਵਿੱਚੇ ਕਲਮ ਵਾਲੇ ਬਿਠਾ ਲਏ। ਹੁਣ ਇੱਕ ਪੈਨ ਦੀ ਲਿਖਾਈ ਦਾ ਤੇ ਇੱਕ ਕਲਮ ਦੀ ਲਿਖਾਈ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਬਿਲਕੁਲ। ਪੈਨ ਦੇ ਨਾਲ ਜਿਹੜੀ ਲਿਖਾਈ ਹੈ ਬੜੀ ਉਹ ਤੇਜ਼ੀ ਨਾਲ ਹੋ ਜਾਂਦੀ ਹੈ। ਜੀ। ਕਲਮ ਨਾਲ ਸਾਨੂੰ ਇੱਕ ਅੱਖਰ ਲਿਖਣ ਲਈ ਘੱਟੋ ਘੱਟ 3 ਜਾਂ 4 ਵਾਰੀ ਕਲਮ ਡਿਪ ਕਰਨੀ ਪੈਂਦੀ ਹੈ। ਤੇ
ਮਤਲਬ ਕਿ ਜਦੋਂ ਅਸੀਂ ਕਲਮ ਨਾਲ ਲਿਖਿਆ ਤਾਂ ਕੋਈ 2-4 ਸ਼ਬਦ ਸਾਡੇ ਤੋਂ ਰਹਿ ਗਏ, ਸਮਾਂ ਪੂਰਾ ਹੋ ਗਿਆ। ਜੀ ਬਾਈ। ਉਹ ਇਸੇ ਕਾਰਨ ਕਰਕੇ ਸਾਡਾ ਜਿਹੜਾ ਨੰਬਰ ਹੈ 6ਵਾਂ 7ਵਾਂ ਆਇਆ ਜੀ। ਅਸੀਂ ਉਹ 2 ਕੈਂਡੀਡੇਟ ਸੀਗੇ ਕਲਮ ਵਾਲੇ, ਉਦੋਂ 2 ਜਾਂ 3 ਹੋਣਗੇ। ਉਦੋਂ ਮੈਂ ਪਹਿਲੀ ਵਾਰੀ ਕੈਲੀਗ੍ਰਾਫੀ ਪੈਨ ਦੇਖਿਆ ਸੀਗਾ। ਠੀਕ ਹੈ ਜੀ। ਜਿਹੜੇ ਮੁੰਡੇ ਨੇ ਕੈਲੀਗ੍ਰਾਫੀ ਪੈਨ ਦੇ ਨਾਲ ਲਿਖਿਆ ਸੀ ਉਹ ਮੁੰਡਾ ਫਸਟ ਆਇਆ। ਹਾਲਾਂਕਿ ਚਾਹੀਦਾ ਤਾਂ ਇਹ ਸੀ ਵੀ ਕਲਮ ਦਾ ਰਿਜ਼ਲਟ ਜਿਹੜਾ ਅਲੱਗ ਹੁੰਦਾ, ਕੈਲੀਗ੍ਰਾਫੀ ਪੈਨ ਦਾ ਅਲੱਗ ਹੁੰਦਾ, ਬਾਲ ਪੈਨ ਦਾ ਅਲੱਗ ਹੁੰਦਾ। ਵੱਖੋ ਵੱਖ ਚੀਜ਼ਾਂ ਸਾਰੀਆਂ। ਉਹਨਾਂ ਨੇ ਤਿੰਨਾਂ ਚੀਜ਼ਾਂ ਨੂੰ ਰਲਗੜ ਕਰਕੇ ਸਾਂਝਾ ਰਿਜ਼ਲਟ ਕੱਢਤਾ। ਜੀ ਬਾਈ। ਨਿਰਾਸ਼ਾ ਵੀ ਹੋਈ, ਸਿੱਖਿਆ ਵੀ ਬੜਾ ਕੁਝ। ਹੂੰ। ਉਸ ਤੋਂ ਬਾਅਦ ਆ ਕੇ ਫਿਰ ਕੈਲੀਗ੍ਰਾਫੀ ਪੈਨ ਭਾਲਿਆ ਬਾਜ਼ਾਰ ਦੇ ਵਿੱਚੋਂ ਪਹਿਲੀ ਵਾਰੀ ਕੈਲੀਗ੍ਰਾਫੀ ਦਾ ਨਾਮ ਸੁਣਿਆ ਸੀ, ਕੈਲੀਗ੍ਰਾਫੀ ਪੈਨ ਪਹਿਲੀ ਵਾਰੀ ਦੇਖਿਆ ਸੀ। ਹੂੰ। ਚਲੋ 3-4 ਦਿਨ ਭਕਾਈ ਕਰਕੇ ਕੈਲੀਗ੍ਰਾਫੀ ਪੈਨ ਹੱਥ ਲੱਗ ਗਿਆ। ਜੀ ਬਾਈ। ਫਿਰ ਉਹ ਚਲਾਉਣਾ ਨਾ ਆਵੇ। ਹੂੰ। ਫਿਰ ਵੀਡੀਓ ਦੇਖੀਆਂ, ਪੈਨ ਕਿਵੇਂ ਫੜਨਾ, ਕਿਹੜੇ ਐਂਗਲ ਤੇ ਰੱਖਣਾ, ਕਿਵੇਂ ਚਲਾਉਣਾ। ਚਲੋ ਹੌਲੀ ਹੌਲੀ ਉਹ ਚਲਾਉਣਾ ਆ ਗਿਆ। ਜੀ। ਜਦੋਂ ਕੋਈ ਆਪਾਂ ਮੰਜ਼ਿਲ ਕਨੀ ਜਾਂਦੇ ਆ ਤੇ ਇੱਕ ਪੌੜੀ ਚੜ੍ਹ ਜਾਂਦੇ ਆ, ਫਿਰ ਇੱਕ ਖੁਸ਼ੀ ਜੀ ਹੁੰਦੀ ਹੈ। ਬਿਲਕੁਲ। ਫਿਰ ਕਿਉਰਿਓਸਿਟੀ ਬਣ ਜਾਂਦੀ ਹੈ, ਯਾਰ ਆਪਾਂ ਹੋਰ ਸਰਚ ਕਰੀਏ। ਫਿਰ ਟੂਲ ਇਕੱਠੇ ਕਰਨ ਵਾਲੇ ਪਾਸੇ ਧਿਆਨ ਹੋ ਗਿਆ। ਹੂੰ। ਕੈਲੀਗ੍ਰਾਫੀ ਪੈਨਾਂ ਦੀ ਸਰਚ ਮਾਰੀ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਆ। ਹੂੰ। ਜਿੰਨੇ ਵੀ ਲੱਭੇ ਉਹ ਕੋਸ਼ਿਸ਼ ਕੀਤੀ ਵੀ ਮੇਰੇ ਕੋਲੇ ਹੋਣ। ਕੁਛ ਰਿਸ਼ਤੇਦਾਰਾਂ ਤੋਂ ਬਾਹਰੋਂ ਮੰਗਵਾਏ, ਯਾਰਾਂ ਬੇਲੀਆਂ ਤੋਂ ਮੰਗਵਾਏ, ਕੁਛ ਆਪ ਖਰੀਦੇ। ਜੀ ਬਾਈ। ਟੂਲ ਇਕੱਠੇ ਕਰ ਲਏ। ਫਿਰ ਉਸ ਤੋਂ ਬਾਅਦ ਸ਼ਾਹੀ ਕਰਨੀ ਖਿਆਲ ਆਇਆ ਵੀ ਯਾਰ ਛਾਈਆਂ ਵੀ ਇਕੱਠੀਆਂ ਕਰੀਏ, ਹੂੰ। ਭਾਂਤ ਦੀਆਂ ਛਾਈਆਂ ਵੀ ਇਕੱਠੀਆਂ ਕਰ ਲਈਆਂ। ਹੂੰ। ਕਰਦੇ ਕਰਾਉਂਦੇ ਇਸੇ ਤਰ੍ਹਾਂ 3-4 ਸਾਲ ਲੰਘ ਗਏ। ਜੀ। 2016 ਦੇ ਵਿੱਚ ਇੱਕ ਮੁਕਾਬਲੇ ਫੇਰ ਹੋਏ ਸੀਗੇ। ਉਦੋਂ ਮੈਂ ਨਹੀਂ ਭਾਗ ਲਿਆ, ਮੇਰੇ ਬੱਚੇ ਨੇ ਭਾਗ ਲਿਆ ਸੀਗਾ। ਹੂੰ। ਮੇਰਾ ਬੱਚਾ ਸਟੇਟ ਪੱਧਰ ਤੱਕ ਗਿਆ ਉਦੋਂ। ਜੀ। ਬੱਚੇ ਦੀ ਲਿਖਾਈ ਬੜੀ ਸੋਹਣੀ ਸੀਗੀ, ਪਰ ਮੇਰੇ ਬੱਚੇ ਦੀ ਪੋਜੀਸ਼ਨ ਕੋਈ ਨਾ ਆਈ। ਹੂੰ। ਮੈਨੂੰ ਬੜੀ ਨਿਰਾਸ਼ਾ ਹੋਈ, ਕਿਉਂਕਿ ਮੈਂ ਬੱਚੇ ਨੂੰ ਕੋਈ ਸਮਾਨ ਫੜਾਉਣ ਕੇ ਅੰਦਰ ਜਾ ਕੇ ਦੇਖ ਆਇਆ ਸੀ, ਉਹਦੇ ਨਾਲ ਦੇ ਬੱਚਿਆਂ ਦੀ ਲਿਖਾਈ ਨਿਗਾਹ ਮਾਰ ਲਈ ਸੀਗੀ ਵੀ ਯਾਰ ਮੇਰੇ ਬੱਚੇ ਦੀ ਲਿਖਾਈ ਤਾਂ ਸਾਰਿਆਂ ਤੋਂ ਸੋਹਣੀ ਹੈ, ਤੇ ਇਹਦੀ ਪੋਜੀਸ਼ਨ ਕਿਉਂ ਨਹੀਂ ਆਏਗੀ। ਮੈਂ ਉੱਥੇ ਜਿਹੜੇ ਜੱਜ ਸੀਗੇ ਉਹਨਾਂ ਨਾਲ ਗੱਲਬਾਤ ਕੀਤੀ, ਯਾਰ ਵੀ ਮੇਰੇ ਬੱਚੇ 'ਚ ਕਮੀਆਂ ਦੱਸੋ ਕੀ ਹੈ, ਬਿਲਕੁਲ ਮੈਨੂੰ ਤੁਸੀਂ ਰਿਜ਼ਲਟ ਦਿਖਾਓ। ਉਹਨਾਂ ਨੇ ਮਨਾ ਕਰਤਾ, ਕਹਿੰਦੇ ਵੀ ਰਿਜ਼ਲਟ ਤਾਂ ਨਹੀਂ ਦਿਖਾ ਸਕਦੇਗੇ। ਤੇ ਮੈਂ ਕਿਹਾ ਫਿਰ ਮੇਰੇ ਬੱਚੇ ਦੀਆਂ ਕਮੀਆਂ ਦੱਸੋ। ਕਹਿੰਦੇ ਵੀ ਤੇਰੇ ਬੱਚੇ ਦੀ ਲਿਖਾਈ ਹੈ ਨਾ ਜਿਹੜੀ, ਉਹਦੇ ਅੱਖਰ ਉੱਪਰ ਲਾਈਨ ਨਹੀਂ ਲਗਾਏਗੀ ਉਹਨੇ। ਮੈਂ ਕਿਹਾ ਵੀ ਮੈਨੂੰ ਉਹ ਕਿਤਾਬ ਵਿਖਾਓ ਜਿਹੜੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਵੀ ਉੱਪਰ ਲਾਈਨ ਲੱਗਦੀ ਹੈ। ਐਕਚੁਅਲ ਦੇ ਵਿੱਚ ਕੀ ਹੈ ਨਾ, ਜਿਹੜੀ ਸਾਡੀ ਭਾਸ਼ਾ ਹੈ, ਸਾਡੀ ਲਿਪੀ ਹੈ ਜਿਹੜੀ, ਇਹ ਸੁਤੰਤਰ ਹੈ ਜੀ। ਜਿਹੜਾ ਅੱਖਰ ਹੈ ਨਾ, ਅੱਖਰ ਇੱਕ ਸੁਤੰਤਰ ਹੈ, ਅੱਖਰ ਇੱਕ ਆਕਿਰਤੀ ਹੈ। ਗੁਰਮੁਖੀ ਦਾ ਅੱਖਰ, ਗੁਰਮੁਖੀ ਕੋਈ ਵੀ ਅੱਖਰ ਹੈ ਤੇ ਅੱਖਰ ਇੱਕ ਆਕਿਰਤੀ ਹੈ। ਜਦੋਂ ਇੱਕ ਜਿਹੜੀ ਇਹਦੇ ਨਾਲ ਆਪਾਂ ਮਾਤਰਾ ਲੱਗਦੀ ਹੈ ਜੀ ਬਾਈ, ਮਾਤਰਾ ਲੱਗਣ ਤੋਂ ਬਾਅਦ ਇੱਕ ਧੁਨੀ ਪੈਦਾ ਹੁੰਦੀ ਹੈ। ਉਸ ਤੋਂ ਬਾਅਦ ਫਿਰ ਜਦੋਂ ਧੁਨੀਆਂ ਦੇ ਸੁਮੇਲ ਤੋਂ ਬਾਅਦ ਇੱਕ ਸ਼ਬਦ ਪੈਦਾ ਹੁੰਦਾ ਹੈ ਜੀ ਬਾਈ। ਇਸ ਕਰਕੇ ਸਾਡੀ ਲਿਖਾਈ ਦੇ ਵਿੱਚ ਅੱਖਰ ਦੀ ਅਲੱਗ ਜਗ੍ਹਾ, ਮਾਤਰਾ ਦੀ ਅਲੱਗ ਜਗ੍ਹਾ ਹੈ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਵੀ ਇਸ ਤਰ੍ਹਾਂ ਨਹੀਂ ਹੁੰਦਾਗਾ, ਇੱਕ ਉੱਪਰ ਲਾਈਨ ਨਹੀਂ ਲੱਗਦੀਗੀ। ਪਰ ਉਹ ਚਲੋ ਉਹ ਜੱਜ ਸੀਗੇ, ਮੈਂ ਬੈਸਣਾ ਉਹਨਾਂ ਦੇ ਨਾਲ ਚੰਗਾ ਨਹੀਂ ਸਮਝਿਆਗਾ ਜੀ। ਜੋ ਉਹਨਾਂ ਨੇ ਰਿਜ਼ਲਟ ਦੇਤਾ ਸਿਰ ਮੱਥੇ ਸਮਝਿਆ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਆਪ ਨੂੰ ਵੀ ਸ਼ੌਂਕ ਪੈ ਗਿਆ। ਕਰਦੇ ਕਰਾਉਂਦੇ 2016 ਦੇ ਵਿੱਚ ਸਾਡੇ ਘਰੇ ਇੱਥੇ ਪਾਠ ਰਖਾਇਆ ਸੀ ਅਸੀਂ ਜੀ। ਬਾਬਾ ਜੀ ਸਾਡੇ ਪ੍ਰਿਤਪਾਲ ਸਿੰਘ, ਉਹ ਹੁਣ ਤਾਂ ਇਸ ਦੁਨੀਆ 'ਚ ਨਹੀਂ ਰਹੇਗੇ ਜੀ। ਉਹਨਾਂ ਨਾਲ ਮੈਂ ਗੱਲਬਾਤ ਕੀਤੀ, ਆਪਦੀ ਲਿਖਾਈ ਦਿਖਾਈ ਉਹਨਾਂ ਨੂੰ ਜਿਹੜੀ ਮੈਂ ਪ੍ਰੈਕਟਿਸ ਕਰਦਾ ਸੀਗਾ। ਮੈਨੂੰ ਕਹਿੰਦੇ ਬੇਟਾ ਤੇਰੀ ਲਿਖਾਈ ਬਹੁਤ ਸੋਹਣੀ ਹੈ, ਤੂੰ ਗੁਰਬਾਣੀ ਲਿਖਿਆ ਕਰ ਜੀ ਬਾਈ। ਮੈਂ ਕਿਹਾ ਬਾਬਾ ਜੀ ਮੈਂ ਗੁਰਬਾਣੀ ਨਹੀਂ ਲਿਖ ਸਕਦਾਗਾ, ਨਾ ਤਾਂ ਮੇਰਾ ਸਰੂਪ ਗੁਰਬਾਣੀ ਲਿਖਣ ਵਾਲਾ ਤੇ ਨਾ ਹੀ ਮੈਨੂੰ ਲੱਗਦਾ ਵੀ ਮੈਂ ਉਹਦੇ ਕਾਬਿਲ ਹੈ ਜੀ ਬਾਈ। ਮੈਨੂੰ ਕਹਿੰਦੇ ਬੇਟਾ ਇਹ ਨਹੀਂ ਹੁੰਦਾਗਾ, ਤੁਹਾਡੇ ਮਨ ਦੇ ਵਿੱਚ ਸ਼ਰਧਾ ਹੋਣੀ ਚਾਹੀਦੀ ਹੈ। ਜੇ ਤੁਸੀਂ ਸ਼ਰਧਾ ਭਾਵਨਾ ਦੇ ਨਾਲ, ਸੁਚਮਤਾ ਦੇ ਨਾਲ ਇਹ ਕੰਮ ਕਰੋਗੇ ਤਾਂ ਤੁਸੀਂ ਕਰ ਸਕਦੇ ਹੋ। ਬਿਲਕੁਲ। ਉਹਨਾਂ ਦੀ ਇਹ ਗੱਲ ਮੇਰੇ ਦਿਮਾਗ ਦੇ ਵਿੱਚ ਘਰ ਕਰ ਗਈ ਜੀ। ਉਹਨਾਂ ਸਮਿਆਂ 'ਚ ਹੀ ਬਾਈ ਸਾਹਿਬ ਸਿੰਘ ਹੈ, ਉਹ ਵੀ ਟੀਚਰ ਨੇ, ਉਹ ਵੀ ਮੇਰੇ ਵਾਂਗੂ ਕੈਲੀਗ੍ਰਾਫੀ ਕਰਦੇ ਆ। ਉਹਨਾਂ ਦੇ ਨਾਲ ਮੇਲ ਹੋਇਆ ਸਾਡਾ, ਲੰਮਾ ਸਮਾਂ ਬਾਈ ਸਾਹਿਬ ਸਿੰਘ ਨਾਲ ਮੇਰਾ ਰਾਬਤਾ ਰਿਹਾ। ਅਸੀਂ ਇੱਕ ਦੂਜੇ ਦੀਆਂ ਬਥੇਰੀਆਂ ਗਲਤੀਆਂ ਕੱਢੀਆਂ ਲਿਖਾਈ ਦੇ ਵਿੱਚ। ਘੰਟਾ ਘੰਟਾ ਸਾਡੀ ਵਾਰਤਾਲਾਪ ਹੁੰਦੀ ਸੀ, 2-2 ਘੰਟੇ ਜਦੋਂ ਅਸੀਂ ਬੈਠ ਜਾਂਦੇ ਤਾਂ ਲਿਖਾਈ ਬਾਰੇ ਗੱਲਾਂ ਕਰਦੇ ਸੀਗੇ ਜੀ ਬਾਈ। ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ, ਕਿਉਂਕਿ ਉਹਨਾਂ ਦਾ ਤਜਰਬਾ ਵੱਡਾ ਸੀ, ਮੇਰੇ ਨਾਲੋਂ ਸੀਨੀਅਰ ਨੇ ਉਹ। ਤੇ ਚਲੋ ਉਸ ਤੋਂ ਬਾਅਦ 2017 ਦੇ ਵਿੱਚ ਮੈਂ ਪਹਿਲੀ ਵਾਰੀ ਜਿਹੜੀ ਗੁਰਬਾਣੀ ਆ ਉਹ ਲਿਖੀ ਸੀਗੀ। ਫਿਰ ਖਿਆਲ ਆਇਆ ਵੀ ਪੈਨ ਵੀ ਇਕੱਠੇ ਕਰ ਲਏ, ਛਾਈਆਂ ਵੀ ਇਕੱਠੀਆਂ ਕਰ ਲਈਆਂ, ਵੀ ਹੁਣ ਕਾਗਜ਼ ਦੀ ਚੋਣ ਕੀਤੀ ਜਾਵੇ। ਠੀਕ ਹੈ ਬਾਈ। ਉਹ ਕਰਾ ਕੇ ਜਦੋਂ ਫਿਰ ਕਾਗਜ਼ ਦੀ ਖੋਜ ਕੀਤੀ ਤਾਂ ਸਾਡੇ ਇੱਕ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਇੱਥੇ ਪ੍ਰੀਤਿੰਦਰ ਸਿੰਘ ਬਾਜਵਾ ਜੀ ਜੀ, ਉਹਨਾਂ ਨਾਲ ਸੰਪਰਕ ਹੋਇਆ। ਉਹਨਾਂ ਨੂੰ ਆਪਦੀਆਂ ਲਿਖਾਈਆਂ ਦਿਖਾਈਆਂ, ਫਾਈਨ ਆਰਟਸ ਦੇ ਪ੍ਰੋਫੈਸਰ ਨੇ ਉਹ।
ਰਿਟਾਇਰਡ ਨੇ ਹੁਣ ਤਾਂ। ਤੇ ਉਹਨਾਂ ਨੇ ਕਿਹਾ ਵੀ ਬੇਟਾ ਤੁਹਾਡਾ ਕੰਮ ਬਹੁਤ ਸੋਹਣਾ ਹੈ ਤੇ ਤੁਸੀਂ ਕਰੋ ਕੰਮ ਖੁੱਲ੍ਹ ਕੇ। ਅਸੀਂ ਕਿਹਾ ਵੀ ਸਰ ਸਾਨੂੰ ਕਾਗਜ਼ ਦੱਸੋ ਵੀ ਕਿਹੜਾ ਚੰਗਾ ਹੁੰਦਾ ਕੈਲੀਗ੍ਰਾਫੀ ਲਈ। ਜੇ ਇੱਕ ਆਮ ਕਾਗਜ਼ 'ਤੇ ਕੈਲੀਗ੍ਰਾਫੀ ਕਰਦੇ ਹਾਂ ਤਾਂ ਸ਼ਾਹੀ ਫੈਲਦੀ ਹੈ। ਫਿਰ ਉਹਨਾਂ ਨੇ ਦੱਸਿਆ, ਕਹਿੰਦੇ ਵੀ ਕੈਲੀਗ੍ਰਾਫੀ ਦੇ ਲਈ ਇੱਕ ਨਾ ਸਪੈਸ਼ਲ ਕਾਗਜ਼ ਬਣਦਾ ਹੈ, ਜੈਪੁਰ ਬਣਦਾ ਹੈ। ਠੀਕ ਹੈ ਬਾਈ। ਉਹ ਹੈਂਡਮੇਡ ਕਾਗਜ਼ ਹੈ, ਵਿਦਾਊਟ ਕੈਮੀਕਲ ਬਣਦਾ, ਔਰ ਕਾਗਜ਼ ਦੀ ਲਾਈਫ 300 ਤੋਂ 500 ਸਾਲ ਹੁੰਦੀ ਹੈ ਉਹਦੀ ਜੀ। ਇਹ ਉਸੇ ਕਾਗਜ਼ ਦੇ ਨਾਲ ਦਾ ਕਾਗਜ਼ ਹੈ ਜਿਹੜਾ ਗੁਰੂ ਸਾਹਿਬਾਂ ਨੇ ਵਰਤਿਆ ਸੀਗਾ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਰਚਨਾ ਕੀਤੀ ਸੀ ਜੀ। ਵੀ ਉਸੇ ਸ਼੍ਰੇਣੀ ਦਾ ਕਾਗਜ਼ ਹੈ ਇਹ ਜੀ ਬਾਈ। ਫਿਰ ਕਿਉਰਿਓਸਿਟੀ ਹੋਰ ਹੋ ਗਈ ਵੀ ਕਾਗਜ਼ ਵੀ ਲਿਆਂਦਾ ਜਾਵੇ। ਸਬੱਬੀ ਵਿਸਾਖੀ ਦੇ ਨੇੜੇ ਤੇੜੇ 2017 'ਚ ਜੈਪੁਰ ਜਾਣਾ ਹੋ ਗਿਆ। ਪੁੱਛ ਪੜਤਾਲ ਕਰਕੇ ਅਖੀਰ ਉਹ ਕਾਗਜ਼ ਵਾਲੀ ਫੈਕਟਰੀ ਤੱਕ ਵੀ ਪਹੁੰਚ ਗਏ। ਫਿਰ ਉੱਥੋਂ ਕਾਗਜ਼ ਲਿਆਂਦਾ ਜੀ। ਫਿਰ ਉਹ ਕਾਗਜ਼ ਦੇ ਉੱਪਰ ਗੁਰਮੁਖੀ ਦੀ ਕੈਲੀਗ੍ਰਾਫੀ ਸ਼ੁਰੂ ਕੀਤੀ। ਠੀਕ ਹੈ ਬਾਈ। ਬਸ ਉਸ ਦਿਨ ਤੋਂ ਜਿਹੜਾ ਕੈਲੀਗ੍ਰਾਫੀ ਦਾ ਸਹੀ ਜਿਹੜਾ ਸਫ਼ਰ ਸ਼ੁਰੂ ਹੋਇਆ। ਠੀਕ ਹੈ ਬਾਈ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੇ ਅੱਖਰਾਂ ਨੂੰ ਤਰਤੀਬਵਾਰ ਕੀਤਾ ਜੀ। ਪੰਜਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ ਗੁਰੂ ਗ੍ਰੰਥ ਸਾਹਿਬ ਲਿਖਾਇਆ, ਪਹਿਲਾਂ 5 ਗੁਰੂ ਸਾਹਿਬਾਂ ਦੀ ਬਾਣੀ ਇਕੱਠੀ ਕਰਕੇ, ਫਿਰ ਭਾਈ ਮਣੀ ਸਾਹਿਬ ਤੋਂ 10ਵੇਂ ਪਾਤਸ਼ਾਹ ਨੇ ਲਿਖਾਇਆ। ਕੈਲੀਗ੍ਰਾਫੀ ਦੀ ਸ਼ੁਰੂਆਤ ਐਂ ਕਹਿ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੀ ਹੋ ਗਈ। ਬਿਲਕੁਲ ਬਾਈ ਜੀ। ਜਿਹੜੀ ਵੀ ਜੇ ਆਪਾਂ ਹੁਣ ਯੂਰਪ ਦੇ ਵਿੱਚ ਦੇਖੀਏ ਜੀ ਤਾਂ 16ਵੀਂ ਸਦੀ ਦੇ ਵਿੱਚ ਉੱਥੇ ਇੱਕ ਗੋਥਿਕ ਏਜ ਬੋਲਦੇ ਆ ਉਹਨੂੰ ਜੀ। ਉਦੋਂ ਉੱਥੇ ਗੋਥਿਕ ਕੈਲੀਗ੍ਰਾਫੀ ਦਾ ਯੁੱਗ ਆਇਆ ਸੀਗਾ ਜੀ ਬਾਈ। ਤੇ ਆਪਣੇ ਵੀ ਜੇ ਆਪਾਂ ਦੇਖਦੇ ਹਾਂ ਤਾਂ ਜਿਹੜਾ ਸਭ ਤੋਂ ਜ਼ਿਆਦਾ ਵਿਕਾਸ ਜਿਹੜੀ ਸਾਡੀ ਭਾਸ਼ਾ ਨੇ 16ਵੀਂ 17ਵੀਂ ਸਦੀ ਦੇ ਵਿੱਚ ਕੀਤਾ। ਬਿਲਕੁਲ। ਤੇ ਗੁਰੂ ਅੰਗਦ ਦੇਵ ਜੀ ਨੂੰ ਅਸੀਂ ਸਾਡੀ ਜਿਹੜੀ ਲਿਪੀ ਦੇ ਨਿਰਮਾਤਾ ਮੰਨਦੇ ਹਾਂ। ਬਿਲਕੁਲ ਜੀ। ਉਹਨਾਂ ਦੁਆਰਾ ਜਿਹੜੀ ਅੱਖਰਾਂ ਦੀ ਤਰਤੀਬ ਦਿੱਤੀ ਗਈ ਹੈ ਉਹ ਸਾਡੇ ਲਈ ਰਾਹ ਦਸੇਰੇ ਦਾ ਕੰਮ ਕਰਦੀ ਹੈ। ਉਹਨਾਂ ਨੇ ਵਰਣਮਾਲਾ ਨੂੰ ਸਜੀਵ ਕੀਤਾ। ਅੱਖਰ ਭਾਵੇਂ ਪਹਿਲਾਂ ਕੁਛ ਸੀਗੇ ਸਾਡੀ ਲਿਪੀ ਦੇ ਵਿੱਚ, ਪਰ ਉਹਨਾਂ ਨੇ ਇੱਕ ਤਰਤੀਬ ਦੇ ਕੇ ਉਹਨੂੰ ਇੱਕ ਵਿਆਕਰਨਕ ਨੇਮ ਦੇ ਵਿੱਚ ਬੰਨ੍ਹਤਾ ਜੀ। ਔਰ ਅਸੀਂ ਉਸ ਸਮੇਂ ਤੋਂ ਹੀ ਜਿਹੜੀ ਹੈ ਪੰਜਾਬੀ ਦੀ ਅੱਖਰਕਾਰੀ ਦੀ ਜਿਹੜੀ ਸ਼ੁਰੂਆਤ ਮੰਨ ਸਕਦੇ ਹਾਂ। ਕਿਉਂਕਿ ਜਦੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਦੇਖੀ ਤਾਂ ਬੜਾ ਪ੍ਰਭਾਵਿਤ ਹੋਏ ਉਹ ਤੋਂ। ਬਿਲਕੁਲ ਜੀ। ਉਹਨਾਂ ਦੀ ਹੱਥ ਲਿਖਤ ਤੋਂ ਪ੍ਰਭਾਵਿਤ ਹੋਣ ਤੋਂ ਬਾਅਦ ਫਿਰ ਜਿਹੜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਖਰਕਾਰੀ ਦੀ ਸੇਵਾ ਸੀ ਉਹਨਾਂ ਤੋਂ ਲਈ ਜੀ ਜੀ। ਔਰ ਉਸ ਯੁੱਗ ਦੇ ਵਿੱਚ ਪੰਜਾਬੀ ਅੱਖਰਕਾਰੀ ਦਾ ਸਭ ਤੋਂ ਜ਼ਿਆਦਾ ਵਿਕਾਸ ਹੋਇਆ ਜੀ ਬਾਈ। ਬਹੁਤ ਉਸ ਸਮੇਂ ਦੀਆਂ ਜਿਹੜੀਆਂ ਪੁਰਾਤਨ ਹੱਥ ਲਿਖਤ ਬੀੜਾਂ ਪੋਥੀਆਂ ਸਾਨੂੰ ਮਿਲਦੀਆਂ, ਉਹ ਸਾਡੇ ਲਈ ਇੱਕ ਇਤਿਹਾਸਕ ਖਜ਼ਾਨਾ ਹੈ। ਬਿਲਕੁਲ ਵੀਰੇ। ਪਰ ਸਮੇਂ ਦੇ ਚੱਲਦਿਆਂ ਉਹ ਜਿਹੜਾ ਸਾਡਾ ਖਜ਼ਾਨਾ ਨਾ ਗਵਾਚਦਾ ਜਾਂਦਾ ਹੈ, ਉਹਨੂੰ ਸਾਂਭਣ ਦੀ ਲੋੜ ਹੈ। ਬਹੁਤ ਸਾਰਾ ਜਿਹੜਾ ਸਾਡਾ ਹੱਥ ਲਿਖਤ ਸਾਹਿਤ ਸੀਗਾ ਆਜ਼ਾਦੀ ਵੇਲੇ ਇੱਧਰ ਉੱਧਰ ਹੋ ਗਿਆ ਉਹ, ਜਿਹਦਾ ਸਾਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਭਾਈ ਰਿੰਪੇ ਤੁਸੀਂ ਇਹ ਦੱਸੋ, ਤੁਹਾਡਾ ਇਹ ਸ਼ੌਂਕ ਹੈ ਕੈਲੀਗ੍ਰਾਫੀ ਹੈ ਨਾ ਜੀ, ਸ਼ੌਂਕ ਦੇ ਵਜੋਂ ਕਰ ਰਹੇ ਹੋ ਜਾਂ ਨਾਲ ਜਿਵੇਂ ਤੁਸੀਂ ਦੱਸਿਆ ਇਹਦੀ ਕੀਮਤ ਬੜੀ ਹੁੰਦੀ ਆ ਜੀ ਬਾਈ? ਜੇ ਆਪਾਂ ਗੱਲਾਂ ਕਰਦੇ ਸੀਗੇ ਉਹ ਦੱਸਿਓ ਮਾੜੀ ਗੱਲ ਜਿਹੜੀ ਤੁਸੀਂ ਉੱਥੇ ਗਏ ਸੀ। ਕਲਾ ਦੀ ਵੈਸੇ ਵੀਰੇ ਕੀਮਤ ਕੋਈ ਲਾ ਨਹੀਂ ਸਕਦਾ ਗਾ। ਬਹੁਤ ਜਿਹੜੇ ਬੰਦੇ ਹੈਗੇ ਕਲਾ ਨੂੰ ਪ੍ਰੋਫੈਸ਼ਨਲ ਤੌਰ 'ਤੇ ਲੈਂਦੇ ਆ ਜੀ। ਤੇ ਅੰਮ੍ਰਿਤਸਰ ਅਸੀਂ ਗਏ ਸੀ, ਇੱਕ ਸ਼ਾਪ ਆ ਉੱਥੇ ਦੇਖੀ ਕੈਲੀਗ੍ਰਾਫੀ ਹੱਥ ਲਿਖਤ ਲੱਗੇ ਹੋਏ ਸੀ ਫਰੇਮ, ਔਰ ਉਹਨਾਂ ਦੀ ਕੀਮਤ ਹਜ਼ਾਰਾਂ ਦੇ ਵਿੱਚ ਸੀਗੀ। ਠੀਕ ਹੈ ਬਾਈ। ਉਸ ਨੂੰ ਦੇਖ ਕੇ ਤਾਂ ਅਸੀਂ ਵੀ ਦੰਗ ਰਹਿ ਗਏ ਯਾਰ ਵੀ ਇਹਨਾਂ ਦੀ ਇੰਨੀ ਕੀਮਤ ਹੈ। ਤੇ ਮੈਂ ਕੰਮ ਵੀਰੇ ਕਰਦਾ ਸ਼ੌਂਕ ਨਾਲ। ਪਰ ਜੇ ਕੋਈ ਕਹਿ ਦੇ ਵੀ ਮੈਂ ਯਾਰ ਘਰੇ ਆਪਦੇ ਮਤਲਬ ਕੋਈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਜਾਂ ਸ਼ਲੋਕ ਹੈ ਇਹ ਲਿਖ ਕੇ ਲਾਉਣਾ ਹੈ ਤਾਂ ਮੈਂ ਉਹਨਾਂ ਨੂੰ ਤਿਆਰ ਕਰਕੇ ਫਰੇਮ ਕਰਕੇ ਦਿੰਦਾ। ਮੈਂ ਵੈਸੇ ਨਹੀਂ ਦਿੰਦਾ ਗਾ, ਕਿਉਂਕਿ ਸ਼ੁਰੂ ਦੇ ਵਿੱਚ ਵੈਸੇ ਕਾਗਜ਼ ਦੇ ਉੱਪਰ ਉਹਨਾਂ ਨੂੰ ਲਿਖ ਕੇ ਦੇਤਾ ਕਈ ਘਰਾਂ ਨੂੰ, ਤਾਂ ਉਹਨਾਂ ਨੇ ਉਹ ਫਰੇਮ ਨਹੀਂ ਕਰਵਾਇਆ ਗਾ। ਉਹ ਕਿਸੇ ਦੇ ਬੈੱਡ ਦੇ ਗੱਦੇ ਥੱਲੇ ਦੇਖਿਆ ਕਾਗਜ਼, ਮੈਂ ਕਿਸੇ ਦੇ ਕਿਤੇ ਦੇਖਿਆ, ਫਿਰ ਮੈਨੂੰ ਇਸ ਤਰ੍ਹਾਂ ਬੇਅਦਬੀ ਮਹਿਸੂਸ ਹੋਈ ਆ ਵੀ ਨਹੀਂ ਇਹ ਕੰਮ ਨਹੀਂ ਕਰਨਾ ਗਾ। ਫਿਰ ਉਸ ਤੋਂ ਬਾਅਦ ਮੈਂ ਜਿਹਨੂੰ ਵੀ ਕੋਈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਾਂ ਕੋਈ ਸ਼ਲੋਕ ਲਿਖ ਕੇ ਦਿੱਤਾ ਤਾਂ ਉਹਨੂੰ ਪ੍ਰੋਪਰ ਤਰੀਕੇ ਦੇ ਨਾਲ ਉਹਨੂੰ ਫਰੇਮ ਕਰਵਾ ਕੇ ਦਿੰਦਾ, ਔਰ ਜਿੰਨਾ ਕੁ ਖਰਚਾ ਆਉਂਦਾ ਮੈਂ ਉਹ ਲੈਣਾ। ਨਹੀਂ ਚੰਗੀ ਗੱਲ ਹੈ। ਮੈਂ ਮਤਲਬ ਇਹਨੂੰ ਪ੍ਰੋਫੈਸ਼ਨਲ ਤੌਰ ਤੇ ਨਹੀਂ ਲੈਂਦਾ ਗਾ ਵੀ ਮੈਂ ਇਹਨੂੰ ਹਜ਼ਾਰਾਂ ਦੇ ਵਿੱਚ ਵੇਚਾਂ। ਮੇਰਾ ਸੁਭਾਅ ਇਸ ਤਰ੍ਹਾਂ ਦਾ ਵੀ ਮੇਰਾ ਇੱਕ ਵਾਰੀ ਮੈਂ ਆਪਦੇ ਜਿਹੜੇ ਸੈਟਅਪ ਤੇ ਪੈਸੇ ਲਾਤੇ ਆਪਦੀ ਜੇਬ ਚੋਂ ਲਾਤੇ, ਉਸ ਤੋਂ ਬਾਅਦ ਮੈਂ ਇੱਧਰ ਪੈਸਾ ਨਹੀਂ ਲਾਇਆ ਗਾ ਜੀ ਬਾਈ। ਮੈਂ ਖਰਚਾ ਉਹਨਾਂ ਕੁ ਲੈਣਾ ਵੀ ਜਿੰਨਾ ਮੇਰਾ ਗਾਂਹ ਵਾਲਾ ਕਾਗਜ਼ ਵਗੈਰਾ ਜਾਂ ਸਹੀ ਵਗੈਰਾ ਆ ਜੇ, ਔਰ ਮੇਰਾ ਕੀਤਾ ਹੋਇਆ ਖਰਚਾ ਜਿਹੜਾ ਉਹ ਚੋਂ ਨਿਕਲ ਜੇ। ਜੇ ਮੈਨੂੰ ਲੱਗਦਾ ਹੈ ਵੀ ਯਾਰ ਆਹ 5-7 ਫਰੇਮ ਹੈ ਜਿਹੜੇ ਮੈਂ ਦੇ ਕੇ ਮੇਰੇ ਕੋਲ ਕੋਈ 1000-2000 ਰੁਪਇਆ ਵੱਧ ਗਿਆ, ਉਹ ਜਾਂ ਤਾਂ ਮੈਂ ਆਪਦੇ ਸਕੂਲ ਦੇ ਬੱਚਿਆਂ ਦੇ ਖਰਚ ਕਰ ਦਿੰਦਾ ਜੀ, ਜਾਂ ਸਾਡੀ ਇੱਕ ਫਾਊਂਡੇਸ਼ਨ ਬਣੀ ਹੋਈ ਹੈ ਸ਼ੁਭਕਰਮਨ ਫਾਊਂਡੇਸ਼ਨ, ਮੈਂ ਉਹਦੇ ਵਿੱਚ ਪਾ ਦਿੰਦਾ। ਮੈਂ ਇਹ ਪੈਸਾ ਜੇਬ 'ਚ ਨਹੀਂ ਪਾਉਂਦਾ, ਨਾ ਇਸ ਕੰਮ 'ਚ ਪੈਸਾ ਮੈਂ ਜੇਬ 'ਚੋਂ ਲਾਉਣਾ, ਨਾ ਮੈਂ ਪੈਸਾ ਜੇਬ 'ਚ ਪਾਉਣਾ। ਇੱਕ ਬਾਈ ਐਂ ਦੱਸੋ, ਹਜੇ ਵੀ ਕੋਈ ਕੈਲੀਗ੍ਰਾਫੀ ਵਾਲੇ ਹੈਗੇ ਨੇ ਕਈ ਵੀਰ ਭਰਾ ਜਿਹੜੇ ਗੁਰੂ ਗ੍ਰੰਥ ਸਾਹਿਬ ਲਿਖਦੇ ਨੇ, ਹੱਥੀਂ ਲਿਖਦੇ ਆ ਨਾ ਗੁਰਬਾਣੀ,
ਤੁਹਾਡਾ ਵੀ ਕਦੇ ਵਿਚਾਰ ਹੈਗਾ ਵੀ ਅੱਗੇ ਜਾ ਕੇ ਕਦੇ ਗੁਰੂ ਗ੍ਰੰਥ ਸਾਹਿਬ ਸਾਰਾ ਲਿਖਣ ਦਾ ਕੋਈ ਹਾਂ ਵਿਚਾਰ? ਬਈ, ਜੇ ਮਹਾਰਾਜ ਦੀ ਕਿਰਪਾ ਹੋਈ ਤਾਂ ਜ਼ਰੂਰ ਇਹ ਸੇਵਾ, ਜੇ ਮਹਾਰਾਜ ਨੇ ਲਈ ਤਾਂ ਕਰਾਂਗੇ ਸੇਵਾ ਇਹ। ਜੀ ਪਰ ਹੁਣ ਮੈਂ ਹੱਥ ਲਿਖਤ ਇੱਕ ਛੋਟੀ ਪੋਥੀ ਲਿਖ ਰਿਹਾ ਜੀ ਬਾਈ, ਤੇ ਉਹ ਜਲਦ ਸੰਪੂਰਨ ਹੋ ਜੂਗੀ ਉਹ। ਠੀਕ ਹੈ ਵੀਰੇ। ਤੇ ਇਸ ਤੋਂ ਪਹਿਲਾਂ ਜ਼ਿਆਦਾ ਨਹੀਂ ਤਾਂ ਮੈਂ 1000 ਦੇ ਨੇੜੇ ਜਿਹੜੇ ਸ਼ਬਦ ਹੈ ਉਹ ਫਰੇਮ ਕਰਵਾ ਕੇ ਲੋਕਾਂ ਨੂੰ ਦੇ ਚੁੱਕਿਆ। ਸਭ ਤੋਂ ਵੱਧ ਤੁਸੀਂ ਕੀ ਲਿਖਣਾ ਪਸੰਦ ਕਰਦੇ ਹੋ? ਗੁਰਬਾਣੀ ਦੇ ਸਭ ਤੋਂ ਵੱਧ ਮੈਨੂੰ ਗੁਰਬਾਣੀ ਲਿਖਣਾ ਪਸੰਦ ਹੈ। ਠੀਕ ਹੈ ਵੀਰੇ। ਗੁਰਬਾਣੀ ਦੀ ਜਿਹੜੀ ਅੱਖਰਕਾਰੀ ਹੈ ਮੈਂ ਨਰੋਲ ਕਲਮ ਦੇ ਨਾਲ ਕਰਦਾ, ਜਿਸ ਤਰ੍ਹਾਂ ਗੁਰੂ ਸਾਹਿਬ ਕਲਮ ਦੇ ਨਾਲ ਕਰਦੇ ਸੀਗੇ, ਕਾਨੇ ਦੀ ਜਾਂ ਬਾਂਸ ਦੀ ਕਲਮ ਘੜ ਕੇ, ਜੀ ਉਹ ਕਾਨੇ ਦੀ ਕਲਮ ਦੇ ਨਾਲ ਹੀ ਮੈਂ ਗੁਰਬਾਣੀ ਦੀ ਅੱਖਰਕਾਰੀ ਕਰਦਾ ਔਰ ਸਭ ਤੋਂ ਜ਼ਿਆਦਾ ਗੁਰਬਾਣੀ ਦੀ ਅੱਖਰਕਾਰੀ ਕੀਤੀ ਹੈ। ਉਸ ਤੋਂ ਇਲਾਵਾ ਜੇ ਮੈਨੂੰ ਚੰਗਾ ਲੱਗਦਾ ਤਾਂ ਮੇਰਾ ਛੋਟਾ ਵੀਰਾ ਦਵਿੰਦਰ ਧਾਲੀਵਾਲ, ਜੀ ਬਾਈ, ਮੈਂ ਉਹਦੀਆਂ ਕਵਿਤਾਵਾਂ ਦੀ ਅੱਖਰਕਾਰੀ ਬਹੁਤ ਕੀਤੀ ਹੈ ਕਿਉਂਕਿ ਮੈਨੂੰ ਉਹਦੇ ਬੋਲ ਬੜੇ ਸੋਹਣੇ ਲੱਗਦੇ। ਬਹੁਤ ਸੋਹਣਾ ਲਿਖਦਾ ਬਾਈ ਉਹ, ਸਹੀ ਗੱਲ ਹੈ। ਜਾਂ ਹੁਣ ਕੁਝ ਇੰਸਟਾਗ੍ਰਾਮ ਤੇ ਜਿਹੜੇ ਹੈਗੇ ਆ ਨਵੇਂ ਛੋਟੇ ਭੈਣ ਭਰਾ, ਕਵਿਤਾਵਾਂ ਲਿਖਣ ਦਾ ਸ਼ੌਂਕ ਹੈ ਜੀ, ਉਹ ਮੈਸੇਜ ਭੇਜ ਦਿੰਦੇ ਵੀ ਜੀ ਸਾਡਾ ਆਹ ਸ਼ੇਅਰ ਲਿਖ ਦਿਓ, ਸਾਡੀ ਆਹ ਕਵਿਤਾ ਲਿਖ ਦਿਓ। ਜਦੋਂ ਸਮਾਂ ਹੁੰਦਾ ਚਲੋ ਉਹ ਵੀ ਲਿਖ ਦਈਦਾ। ਜੀ ਬਾਈ। ਅੱਛਾ ਰਿੰਪੇ, ਇੱਕ ਹੋਰ ਦੱਸੋ ਬਾਈ, ਤੁਸੀਂ ਅਭਿਆਸ ਕਰਕੇ ਆਪਦੇ ਆਪ ਸਿੱਖੇ ਹੋ। ਜੀ ਬਾਈ। ਜੇ ਕੋਈ ਨਵਾਂ ਮੁੰਡਾ ਜਾਂ ਕੁੜੀ ਬੱਚਾ ਕੋਈ ਨਵਾਂ ਆਖੇ ਵੀ ਮੈਂ ਕੈਲੀਗ੍ਰਾਫੀ ਕਰਨੀ ਚਾਹੁੰਦਾ ਹੈ, ਕਿਵੇਂ ਸਿੱਖ ਸਕਦਾ? ਕੋਈ ਇਹਦੀ ਕਲਾਸ ਹੁੰਦੀ ਹੈ ਕਿਤੇ ਕੋਈ, ਜਾਂ ਅਭਿਆਸ ਹੀ ਆ? ਨਹੀਂ, ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਵੀਰੇ ਇਹਦਾ ਅਭਿਆਸ ਆ, ਅੱਖਰਾਂ ਦਾ ਅਭਿਆਸ ਹੈ ਜੀ। ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜੀ ਸੁੰਦਰ ਲਿਖਾਈ ਜਿਹਨੂੰ ਆਪਾਂ ਸਲੇਖ ਕਹਿੰਦੇ ਆ ਜੀ, ਸਾਨੂੰ ਉਹ ਸਿੱਖਣੀ ਪਊਗੀ। ਸਲੇਖ ਦੇ ਲਈ ਹੁਣ ਤਾਂ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸਾਡੇ ਵਿਭਾਗ ਵੱਲੋਂ ਵੀ ਜਿਹੜੀਆਂ ਸਲੇਖ ਦੀਆਂ ਕਿਤਾਬਾਂ ਆਈਆਂ ਜੀ, ਔਰ ਬਾਜ਼ਾਰ ਦੇ ਵਿੱਚ ਵੀ ਗੁਰਮੁਖੀ ਦੇ ਕਈ ਚੰਗੇ ਸਲੇਖ ਮਿਲ ਜਾਂਦੇ ਆ ਜੀ। ਸਭ ਤੋਂ ਪਹਿਲਾਂ ਸਾਨੂੰ ਜਿਹੜੀ ਹੈਗੀ ਆ ਉਹ ਸਲੇਖ ਦੇ ਉੱਪਰ ਅੱਖਰਾਂ ਦੀ ਬਣਤਰ ਹੈ, ਜਿਹੜੀ ਸਟੀਕ ਬਣਤਰ ਹੈ ਜੀ, ਉਹ ਸਿੱਖਣੀ ਚਾਹੀਦੀ ਹੈ ਜੀ। ਉਹ ਸਿੱਖਣ ਤੋਂ ਬਾਅਦ ਫਿਰ ਜਿਹੜਾ ਕੈਲੀਗ੍ਰਾਫੀ ਦਾ ਸਫ਼ਰ ਹੈ ਸ਼ੁਰੂ ਹੁੰਦਾ ਹੈ। ਕੈਲੀਗ੍ਰਾਫੀ ਕੀ ਹੈ? ਇੱਕ ਅੱਖਰ ਦੀ ਸਜਾਵਟ ਹੈ ਜੀ। ਉਸ ਅੱਖਰ ਨੂੰ ਤੁਸੀਂ ਜਿਵੇਂ ਕੋਈ ਨਵੀਂ ਵਿਆਹੀ ਕੁੜੀ ਗਹਿਣਿਆਂ ਦੇ ਨਾਲ ਆਪਦਾ ਹਾਰ ਸ਼ਿੰਗਾਰ ਕਰਦੀ ਹੈ, ਉਸੇ ਤਰ੍ਹਾਂ ਔਰਨਾਮੈਂਟਸ ਲਗਾ ਕੇ ਇੱਕ ਅੱਖਰ ਨੂੰ ਤੁਸੀਂ ਉਹਦਾ ਹਾਰ ਸ਼ਿੰਗਾਰ ਕਰਨਾ ਹੈ ਜੀ। ਉਹੀ ਅੱਖਰਕਾਰੀ ਹੈ, ਬਸ਼ਰਤੇ ਉਹ ਅੱਖਰ ਦਾ ਮੂਲ ਨਹੀਂ ਗਵਾਚਣਾ ਚਾਹੀਦਾ ਹੈਗਾ। ਉਹਨੂੰ ਤੁਸੀਂ ਸਜਾ ਜਿੰਨਾ ਮਰਜ਼ੀ ਲਓ, ਪਰ ਉਹ ਅੱਖਰ ਆ ਜਿਹੜਾ ਉਹਦਾ ਮੂਲ ਨਾ ਗਵਾਚੇ ਕਿਤੇ, ਉਹ ਅੱਖਰ ਵਿੱਚੋਂ ਦਿਸਣਾ ਚਾਹੀਦਾ। ਹਾਂ, ਅਸਲ 'ਚ ਨਾ ਹੁਣ ਇੱਕ ਹੋਰ ਵੀ ਚੱਲਿਆ, ਜਿਵੇਂ ਆਪਾਂ ਗੱਲ ਕਰਦੇ ਸੀ ਜਿਹੜੇ ਫਿਲਮ ਰਾਈਟਰ ਆ ਉਹ ਫਿਲਮ ਦਾ ਸਕਰੀਨ ਪਲੇ ਲਿਖਣਾ, ਸਕ੍ਰਿਪਟ ਲਿਖਣੀ ਆ, ਲੈਪਟਾਪ 'ਚ ਟਾਈਪ ਕਰਦੇ ਆ ਜੀ ਜੀ। ਜਿਵੇਂ ਇੱਕ ਥਾਂ ਤੇ ਤਰਸੀਮ ਜੱਸੜ ਨੇ ਦੱਸਿਆ ਕਿ ਕਹਿੰਦਾ ਮੈਂ ਗੀਤ ਆ ਜਿਹੜੇ ਫੋਨ ਦੇ ਨੋਟਸ ਵਿੱਚ ਲਿਖਦਾ, ਸਾਰੇ ਨੋਟਸਾਂ ਵਿੱਚ ਲਿਖਦੇ ਆ ਜੀ ਜੀ। ਲਿਖਣ ਦਾ ਰੁਝਾਨ ਆ ਜਿਹੜਾ ਦਿਨੋਂ ਦਿਨ ਸੱਚੀ ਘਟ ਰਿਹਾ। ਹਾਂ ਬਿਲਕੁਲ ਬਈ। ਪਹਿਲਾਂ ਕੀ ਸੀਗਾ, ਜੇ ਆਪਾਂ ਸ਼ੁਰੂਆਤੀ ਹੁਣ ਆਪਣੇ ਜਿਹੜੇ ਬਾਪੂ ਹੋਣਾ ਦੇ ਵੇਲੇ ਵੇਖੀਏ, ਉਦੋਂ ਫੱਟੀਆਂ ਲਿਖਣ ਦਾ ਰੁਝਾਨ ਸੀਗਾ। ਅਧਿਆਪਕ ਸੀ ਜਿਹੜੇ ਸਾਡੇ, ਉਹ ਸਾਨੂੰ ਪੂਰਨੇ ਪਾ ਕੇ ਦਿੰਦੇ ਸੀ ਬੱਚਿਆਂ ਨੂੰ, ਔਰ ਕਲਮ ਦੇ ਨਾਲ ਬੱਚੇ ਲਿਖਦੇ ਸੀਗੇ। ਪੂਰਨੇ ਪਾਉਣ ਤੋਂ ਬਾਅਦ ਇੱਕ ਲਾਈਨ ਲਗਾ ਕੇ ਉਹਦੇ ਉੱਪਰ ਅੱਖਰ ਲਿਖਣ ਦਾ ਰੁਝਾਨ ਸ਼ੁਰੂ ਹੁੰਦਾ ਸੀਗਾ। ਹੌਲੀ ਹੌਲੀ ਜਿਹੜੀ ਉਹ ਫੱਟੀਆਂ ਪਿੱਛੇ ਚਲੀਆਂ ਗਈਆਂ ਤੇ ਫੱਟੀਆਂ ਦੀ ਜਗ੍ਹਾ ਜਿਹੜੀ ਸਾਡੇ ਫਾਊਂਟਨ ਪੈਨ ਸੀ ਉਹਨਾਂ ਨੇ ਲੈ ਲਈ ਜੀ ਬਾਈ। ਫਾਊਂਟਨ ਪੈਨ ਤੋਂ ਬਾਅਦ ਹੋਰ ਤਰੱਕੀ ਹੋਈ ਤਾਂ ਜਿਹੜੀ ਸਾਡੇ ਬਾਲ ਪੈਨ ਆ ਗਏ ਜੀ। ਬਾਲ ਪੈਨ ਤੋਂ ਬਾਅਦ ਜੈਲ ਪੈਨ ਆ ਗਏ, ਕਿੰਨੇ ਤਰ੍ਹਾਂ ਦੇ ਪੈਨ ਆ ਗਏ। ਉਸ ਤੋਂ ਬਾਅਦ ਜਦੋਂ ਕੰਪਿਊਟਰ ਦਾ ਯੁੱਗ ਆਇਆ ਤਾਂ ਜਿਹੜੀ ਟਾਈਪਿੰਗ ਸ਼ੁਰੂ ਹੋ ਗਈ। ਬਿਲਕੁਲ, ਮੋਬਾਈਲ ਆ ਗਏ, ਬੱਚਿਆਂ ਨੂੰ ਟਾਈਪ ਕਰਨਾ ਪਸੰਦ ਆ, ਤੇ ਉਹ ਇਸ ਤਰੱਕੀ ਦੇ ਵਿੱਚ ਜਿਹੜਾ ਸਾਡਾ ਲਿਖਾਈ ਵਾਲਾ ਪੱਖ ਸੀ ਉਹ ਬਹੁਤ ਪਿੱਛੇ ਚਲਾ ਗਿਆ। ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਟਾਈਪ ਬੜੀ ਤੇਜ਼ੀ ਨਾਲ ਕਰ ਲੈਂਦੇ ਆ, ਪਰ ਉਹਨਾਂ ਨੂੰ ਜੇ 4 ਅੱਖਰ ਲਿਖਣੇ ਪੈ ਜਾਣ ਤਾਂ ਲਿਖ ਨਹੀਂ ਸਕਦੇ ਗੇ। ਜਿਵੇਂ ਬਾਈ ਤੁਸੀਂ ਪੰਜਾਬੀ ਨਾਲ ਇੰਨਾ ਪਿਆਰ ਕਰਦੇ ਹੋ, ਲਿਖਣਾ ਹੈ ਨਾ, ਬਹੁਤ ਪਿਆਰੀ ਗੱਲ ਹੈ ਇਹ ਤੇ ਥੋੜੀ ਜਿਹੀ ਵਿਸ਼ੇ ਤੋਂ ਪਾਸੇ ਗੱਲ ਵੀ ਕੀ ਸਮਝਦੇ ਹੋ ਪੰਜਾਬੀ ਦਾ ਆਉਣ ਵਾਲੇ ਸਮੇਂ 'ਚ? ਜਿਵੇਂ ਬਾਹਲਾ ਆਪਾਂ ਕਹਿੰਦੇ ਵੀ ਪੰਜਾਬੀ ਸੱਚੀ ਭੁੱਲ ਰਹੇ ਹਾਂ, ਕੀ ਲੱਗਦਾ ਤੁਹਾਨੂੰ? ਨਹੀਂ, ਜਿਹੜੀ ਭਾਸ਼ਾ ਉਹ ਖਤਮ ਨਹੀਂ ਹੁੰਦੀ ਗੀ, ਬਸ਼ਰਤੇ ਅਸੀਂ ਉਹਨੂੰ ਮਤਲਬ ਉਸੇ ਤਰ੍ਹਾਂ ਸੇਵਾ ਕਰਦੇ ਰਹੀਏ ਜੀ। ਭਾਸ਼ਾ ਨਹੀਂ ਮਰਦੀ ਗੀ। ਲਿਪੀ ਨੂੰ ਥੋੜਾ ਜਿਹਾ, ਹਾਂ, ਜੇ ਗਵਾਚ ਸਕਦੀ ਹੈ ਤਾਂ ਸਾਡੀ ਲਿਪੀ ਗਵਾ ਸਕਦੀ ਹੈ। ਬਿਲਕੁਲ, ਭਾਸ਼ਾ ਤਾਂ ਮੂੰਹੋਂ ਮੂੰਹ ਅੱਗੇ ਤੁਰੀ ਜਾਊਗੀ, ਪਰ ਸਾਡੀ ਲਿਪੀ ਨੂੰ ਖਤਰਾ ਹੋ ਸਕਦਾ। ਹਾਂ, ਲਿਖ ਬੋਲ ਸਾਰੇ ਠੀਕ ਲੈਂਦੇ ਨੇ, ਪਰ ਲਿਖਣ ਵੇਲੇ ਗਲਤੀ ਕਰਦੇ ਆ। ਬਿਲਕੁਲ ਭਾਈ। ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਉਹ ਕਈ ਕਾਲਜ ਲੈਵਲ ਦੇ ਬੱਚੇ ਵੀ ਜਦੋਂ ਉਹਨਾਂ ਦੀਆਂ ਆਪਾਂ ਪੰਜਾਬੀ ਦੀਆਂ ਮੈਂ ਪੇਪਰ ਵੀ ਚੈੱਕ ਕਰਦੇ ਰਹੇ ਤਾਂ ਉਹਨਾਂ ਦੇ ਪੰਜਾਬੀ ਦੇ ਲਿਖਣ ਦੇ ਵਿੱਚ ਸ਼ਬਦ ਜੋੜਾਂ ਦੀਆਂ ਬੜੀਆਂ ਗਲਤੀਆਂ ਸੀਗੀਆਂ। ਬਿਲਕੁਲ ਭਾਈ। ਤਾਂ ਇਹ ਕੀ ਹੈ, ਜਿਹੜੀ ਸਾਡੇ ਅਧਿਆਪਕ ਵਰਗ ਹੈ ਨਾ, ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸੁਚੇਤ ਹੋਣਾ ਚਾਹੀਦਾ ਹੈ। ਬੱਚਿਆਂ ਨੂੰ ਜਿਹੜੇ ਵਿਆਕਰਨਕ ਨੇਮ ਹੈ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਸਭ ਤੋਂ ਪਹਿਲਾਂ ਦੇਣੀ ਚਾਹੀਦੀ ਹੈ। ਬਿਲਕੁਲ ਭਾਈ। ਵਿਆਕਰਨ ਦਾ ਪੱਖ ਸਾਡਾ ਜਿਹੜੇ ਬੱਚਿਆਂ ਦਾ ਅੱਜ ਕੱਲ੍ਹ ਦਾ ਬਹੁਤ ਕਮਜ਼ੋਰ ਹੈ। ਬਿਲਕੁਲ ਬਿਲਕੁਲ। ਜੇ ਸ਼ਬਦ ਜੋੜਾਂ ਦੀਆਂ ਗਲਤੀਆਂ ਸਾਡੇ ਬੱਚਿਆਂ ਦੀ ਲਿਖਾਈ ਦੇ ਵਿੱਚ ਨਹੀਂ ਹੋਣਗੀਆਂ ਤਾਂ ਸਾਡੀ ਜਿਹੜੀ ਲਿਪੀ ਹੈ ਬਚੀ ਰਹੂਗੀ। ਹਾਂ, ਜਿਵੇਂ ਨਾ ਆਪਾਂ ਅੱਧਕ, ਟਿੱਪੀ, ਬਿੰਦੀ
ਇਹਨਾਂ ਨੂੰ ਆਪਾਂ ਤਵੱਜੋ ਦੇਣੋਂ ਹਟ ਗਏ ਬਾਈ। ਹਾਂ, ਬਿਲਕੁਲ। ਜੇ ਨਾਂ ਲਿਖਿਆ ਤਾਂ ਨੰਨੇ ਕੰਨਾ ਹੀ ਪਾਤਾ, ਹਾਂ, ਉੱਤੇ ਬਿੰਦੀ ਨਹੀਂ ਪਾਉਂਦੇਗੇ। ਬਿੰਦੀ ਨਹੀਂ। ਐਕਚੁਅਲ ਦੇ ਵਿੱਚ ਕੀ ਹੈ ਨਾ, ਜਿਵੇਂ ਆਪਾਂ ਫੋਨ ਦੇ ਵਿੱਚ ਟਾਈਪਿੰਗ ਕਰਦੇ ਕਰਦੇ ਸ਼ਾਰਟ ਵਰਡ ਆਪਾਂ ਆਪਣੇ ਬਣਾ ਲਏ ਆ, ਬਿਲਕੁਲ ਜੀ। ਉਸੇ ਤਰ੍ਹਾਂ ਪੰਜਾਬੀ ਦੇ ਵਿੱਚ ਵੀ ਹੁਣ ਜਿਹੜੇ ਸ਼ਾਰਟ ਵਰਡ ਲਿਖਣ ਦਾ ਰੁਝਾਨ ਚੱਲਦਾ ਜਾ ਰਿਹਾ ਹੈ। ਜਿਵੇਂ ਉਹ ਵਾਹਿਗੁਰੂ ਮਿਹਰ ਕਰੇ ਨੂੰ ਲਿਖ ਦਿੰਦੇ WMK, ਹਾਂ, WMK, HBD, ਹੈਪੀ ਬਰਥਡੇ। ਉਹ ਇਸੇ ਤਰ੍ਹਾਂ ਹੁਣ ਪੰਜਾਬੀ ਦੇ ਵਿੱਚ ਵੀ ਸ਼ਬਦ ਜੋੜਨ ਦੀਆਂ ਜਿਹੜੀਆਂ ਤਰੁੱਟੀਆਂ ਜੋੜ ਤੋੜ ਕਰਕੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਸ਼ਬਦ ਬਣਾਏ ਜਾ ਰਹੇ ਆ, ਪਰ ਉਹ ਇਹ ਸਾਡੀ ਲਿਪੀ ਲਈ ਬਹੁਤ ਵੱਡਾ ਖਤਰਾ ਹੈ। ਖਤਰਾ ਬਾਈ, ਬਿਲਕੁਲ ਸਹੀ ਗੱਲ ਹੈ। ਜਿਵੇਂ ਸਤਿ ਸ੍ਰੀ ਅਕਾਲ ਸੁੰਗੜ ਕੇ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਛੱਡੋ, ਹੁਣ ਤਾਂ ਸਤਿ ਸ੍ਰੀ ਅਕਾਲ। ਬਿਲਕੁਲ ਬਾਈ, ਇਹ ਹੈਗਾ। ਐਕਚੁਅਲ ਦੇ ਵਿੱਚ ਕੀ ਹੈ ਨਾ, ਜਿਹੜਾ ਬੱਚੇ ਦੀ ਭਾਸ਼ਾ ਸਿੱਖਣ ਦਾ ਮੁੱਢ ਹੈ ਉਹ ਸਾਡੇ ਘਰ ਤੋਂ ਵੱਜਦਾ ਹੈ। ਬਿਲਕੁਲ। ਮੈਂ ਇੱਕ ਘਟਨਾ ਸਾਂਝੀ ਕਰਨੀ ਚਾਹੁੰਦਾ ਤੁਹਾਡੇ ਨਾਲ। ਮੇਰੇ ਵੱਡੇ ਬੇਟੇ ਦਾ ਜਨਮ ਹੋਇਆ ਸੀਗਾ 16 ਜੁਲਾਈ ਨੂੰ 2012 ਚ ਜੀ ਬਾਈ। ਤੇ ਉਸੇ ਦਿਨ ਹੀ ਇੱਕ ਮੇਰਾ ਦੋਸਤ ਹੈ ਬਾਹਰ, ਪ੍ਰਿਤਪਾਲ ਸਿੰਘ, ਉੱਥੇ ਹੈਗਾ ਆਸਟ੍ਰੇਲੀਆ ਦੇ ਵਿੱਚ, ਉਸੇ ਦਿਨ ਹੀ ਉਹਦੇ ਘਰ ਬੇਟਾ ਹੋਇਆ। ਚਲੋ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਸੀ। ਉਹਦਾ ਬੇਟਾ 1.5 ਸਾਲ ਦਾ ਹੋਇਆ ਤੇ ਉਹ ਮੈਂ ਸੁਭਾਵਿਕ ਪੁੱਛ ਲਿਆ, ਮੈਂ ਕਿਹਾ ਬੇਟੇ ਦਾ ਕੀ ਹਾਲ ਹੈ? ਉਹ ਮੈਨੂੰ ਕਹਿੰਦਾ ਕਿ ਤੇਰੇ ਭਾਬੀ ਨਾਲ ਉਹਨੂੰ ਹਸਪਤਾਲ ਲੈ ਕੇ ਗਏ ਆ। ਮੈਂ ਕਿਹਾ ਕੀ ਗੱਲ, ਬਿਮਾਰ ਹੈ? ਕਹਿੰਦਾ ਨਹੀਂ ਵੀਰੇ, ਬਿਮਾਰ ਤਾਂ ਨਹੀਂ। ਮੈਂ ਕਿਹਾ ਫੇਰ? ਕਹਿੰਦੇ ਇੱਥੇ ਨਾ ਕੰਪਲਸਰੀ ਹੈ, ਹਫਤੇ ਦੇ ਵਿੱਚ ਇੱਕ ਦਿਨ ਜਿਹੜੇ ਬੱਚੇ ਨੂੰ 1 ਘੰਟੇ ਵਾਸਤੇ ਹਸਪਤਾਲ ਲੈ ਕੇ ਜਾਣਾ ਪੈਂਦਾ ਜੀ ਬਾਈ। ਮੈਂ ਕਿਹਾ ਕਾਰਨ? ਕਹਿੰਦੇ ਇੱਥੇ ਨਾ ਉਹਦੇ ਬੱਚਿਆਂ ਦੇ ਕੰਨਾਂ ਦੇ ਵਿੱਚ ਈਅਰਫੋਨਸ ਲਾ ਕੇ ਬੱਚੇ ਨੂੰ ਉਸ ਭਾਸ਼ਾ ਦੀਆਂ ਰਾਈਮਸ ਸਿਖਾਉਂਦੇ ਆ, ਉਹ ਸੁਣਾਉਂਦੇ ਆ ਉਹ। ਬਿਲਕੁਲ। ਮੇਰੀ ਯਾਰ ਉਹ ਗੱਲ ਹਜਮ ਜੀ ਨਾ ਹੋਈ। ਮੈਂ ਕਿਹਾ ਵੀ ਕਾਰਨ ਕੀ ਹੈ? ਫਿਰ ਜਦੋਂ ਉਹ ਇਸ ਵਿਸ਼ੇ ਤੇ ਉਹਦੇ ਨਾਲ ਡੂੰਘੀ ਗੱਲਬਾਤ ਹੋਈ ਤਾਂ ਉਹ ਕਹਿੰਦਾ ਯਾਰ ਉਹਨਾਂ ਦਾ ਮੰਨਣਾ ਇਹ ਹੈ ਵੀ ਜਿਹੜਾ ਬੱਚਾ ਸੁਣ ਤਾਂ ਰਿਹਾ, ਕੀ ਹੋ ਗਿਆ ਨਹੀਂ ਬੋਲ ਰਿਹਾ, ਉਹਦਾ ਦਿਮਾਗ ਤਾਂ ਵਿਕਾਸ ਕਰ ਰਿਹਾ, ਉਹਦਾ ਦਿਮਾਗ ਹੈ ਇੱਕ ਮੈਮਰੀ ਕਾਰਡ ਆ, ਉਹ ਜਿਹੜੇ ਉਹਦੇ ਸ਼ਬਦ ਉਹਦੇ ਕੰਨਾਂ 'ਚ ਪੈ ਰਹੇ ਉਹਦੀ ਮੈਮਰੀ ਦੇ ਵਿੱਚ ਫਿੱਟ ਹੋ ਰਹੇ ਆ, ਉਹਦੇ ਅਚੇਤ ਮਨ ਦੇ ਵਿੱਚ ਜਾ ਰਹੇ ਆ। ਉਹ ਜਦੋਂ ਬੱਚਾ ਬੋਲਣਾ ਸਿੱਖੂਗਾ ਉਹ ਅਚੇਤ ਦੇ ਵਿੱਚ ਉਸ ਚੇਤ ਦੇ ਵਿੱਚ ਆ ਜਾਣਗੇ। ਇਸੇ ਤਰ੍ਹਾਂ ਵੀਰੇ, ਜੇ ਅਸੀਂ ਸਾਡੇ ਘਰ ਦੇ ਵਿੱਚ ਪੰਜਾਬੀ ਦਾ ਮਾਹੌਲ ਪੈਦਾ ਕਰਾਂਗੇ ਤਾਂ ਸਾਡੀ ਜਿਹੜੀ ਭਾਸ਼ਾ ਉਹ ਮਰਦੀ ਨਹੀਂ ਗੀ। ਬਿਲਕੁਲ। ਮੈਂ ਸਾਡੇ ਘਰ ਦੇ ਵਿੱਚ ਬਿਲਕੁਲ ਅਸੀਂ ਠੇਠ ਪੰਜਾਬੀ ਬੋਲਦੇ ਹਾਂ। ਬਿਲਕੁਲ ਬਾਈ। ਮੇਰਾ ਬੱਚਾ ਚਾਹੇ ਕਨਵੈਂਟ ਸਕੂਲ ਦੇ ਵਿੱਚ ਪੜ੍ਹਦਾ ਪਰ ਉਹ ਵੀ ਘਰੇ ਠੇਠ ਪੰਜਾਬੀ ਦੇ ਵਿੱਚ ਗੱਲ ਕਰਦਾ। ਕਈ ਵਾਰੀ ਉਹਦੇ ਸਕੂਲ ਦੇ ਟੀਚਰਸ ਦਾ ਲਾਂਭਾ ਆਉਂਦਾ ਵੀ ਤੁਹਾਡਾ ਬੱਚਾ ਕਈ ਵਾਰੀ ਪੰਜਾਬੀ ਦੇ ਇਹੋ ਜਿਹੇ ਵਰਡ ਬੋਲਦਾ ਜਿਹੜੇ ਸਾਨੂੰ ਵੀ ਨਹੀਂ ਪਤਾ ਹੁੰਦੇਗੇ। ਤੇ ਪਰ ਕੋਸ਼ਿਸ਼ ਇਹ ਹੁੰਦੀ ਹੈ ਵੀ ਯਾਰ ਬੱਚੇ ਨੂੰ ਮਤਲਬ ਪੰਜਾਬੀ ਦਾ ਮਾਹੌਲ ਦਿੱਤਾ ਜਾਵੇ। ਜੇ ਹੁਣ ਕਿਤਾਬਾਂ ਸਾਡੇ ਘਰੇ ਪਈਆਂ ਤੇ ਬੱਚਾ ਕਿਤੇ ਨਾ ਕਿਤੇ ਉਹਨਾਂ ਕਨੇ ਦੇਖੂਗਾ, ਪੁੱਛੂਗਾ ਵੀ, ਕਿਤਾਬ ਪਈ ਹੋ ਕਿਤੇ ਨਾ ਕਿਤੇ ਪੜੂਗਾ ਵੀ, ਉਹਦਾ ਜੀ ਵੀ ਕਰੂਗਾ। ਉਹ ਮੈਨੂੰ ਨਰਿੰਦਰ ਸਿੰਘ ਕਪੂਰ ਦੀਆਂ ਕਈ ਵਾਰੀ ਇਹ ਗੱਲ ਯਾਦ ਆਉਂਦੀ ਹੁੰਦੀ ਹੈ। ਉਹ ਲਿਖਦੇ ਆ ਵੀ ਬੱਚੇ ਨੂੰ ਕਿਤਾਬਾਂ ਪੜ੍ਹਨ ਲਈ ਮਜਬੂਰ ਨਾ ਕਰੋ, ਉਹਦੇ ਸਾਹਮਣੇ ਕਿਤਾਬਾਂ ਦੀ ਪ੍ਰਸ਼ੰਸਾ ਕਰੋ, ਪੜ੍ਹਨ ਦਾ ਵੇਲਾ ਤਾਂ ਆਪੇ ਲੱਭ ਲੈਣਗੇ। ਸਹੀ ਗੱਲ ਹੈ ਬਾਈ। ਜਦੋਂ ਅਸੀਂ ਬੱਚਿਆਂ ਦੇ ਸਾਹਮਣੇ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਾਂਗੇ, ਗੱਲਾਂ ਬਾਤਾਂ ਕਰਾਂਗੇ ਤਾਂ ਉਹਨਾਂ ਦਾ ਵੀ ਜੀ ਕਰੂਗਾ। ਬਿਲਕੁਲ। ਰਿੰਪੇ ਵੀਰੇ, ਇੱਕ ਤੁਸੀਂ ਇਹ ਦੱਸੋ ਵੀ ਅੱਖਰਕਾਰੀ ਲਈ ਕਿਹੜੇ ਸੰਦ ਵਰਤਦੇ ਹੋ? ਅੱਖਰਕਾਰੀ ਤੇ ਨਿਰਭਰ ਕਰਦਾ ਵੀਰੇ, ਤੁਸੀਂ ਕਿਸ ਤਰ੍ਹਾਂ ਦੀ ਅੱਖਰਕਾਰੀ ਕਰਨੀ ਹੈ ਜੀ। ਹਰੇਕ ਤਰ੍ਹਾਂ ਦੀ ਅੱਖਰਕਾਰੀ ਦੇ ਲਈ ਅਲੱਗ ਤਰ੍ਹਾਂ ਦਾ ਜਿਹੜਾ ਹੈਗਾ ਟੂਲ ਹੈ ਜੀ। ਜੇ ਤੁਸੀਂ ਗੁਰਬਾਣੀ ਲਿਖਣੀ ਹੈ ਤਾਂ ਗੁਰਬਾਣੀ ਦੇ ਲਈ ਸਿਰਫ ਤੇ ਸਿਰਫ ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਕਲਮਾਂ ਵਰਤੀਆਂ ਸੀਗੀਆਂ ਜੀ ਬਾਈ, ਤਾਂ ਅਸੀਂ ਉਹ ਕਲਮਾਂ ਦੀ ਵਰਤੋਂ ਕਰਨੀ ਹੈ ਜੀ। ਉਸ ਪਰੰਪਰਾ ਨੂੰ ਅਸੀਂ ਅੱਗੇ ਲੈ ਕੇ ਆਉਣਾ ਹੈ। ਉਹਨਾਂ ਨੇ ਬਾਂਸ ਜਾਂ ਕਾਨੀ ਦੀ ਜਿਹੜੀ ਕਲਮ ਵਰਤੀ ਸੀਗੀ ਜੀ, ਇਹ ਉਸ ਤਰ੍ਹਾਂ ਦੀਆਂ ਕਲਮ ਹੈ। ਆਹ ਜਿਹੜੀ ਕਲਮ ਹੈਗੀ ਹੈ ਇਹ ਬਾਂਸ ਦੀ ਬਣੀ ਹੋਈ ਹੈ। ਆਹ ਜਿਹੜੀ ਕਲਮ ਹੈਗੀ ਹੈ ਇਹ ਕਾਨੇ ਦੀ ਬਣੀ ਹੈ ਜੀ ਬਾਈ। ਇਸ ਤੋਂ ਬਿਨਾਂ ਨੜੇ ਦੀ ਵੀ ਕਲਮ ਬਣ ਜਾਂਦੀ ਹੈ ਜੀ। ਔਰ ਜਾਂ ਕੋਈ ਵੀ ਸਖਤ ਲੱਕੜ ਹੈ ਜੀ ਜਿਹਨੂੰ ਅਸੀਂ ਚਾਕੂ ਦੇ ਨਾਲ ਕੱਟ ਸਕਦੇ ਹਾਂ ਜੀ ਬਾਈ, ਉਹਦੀ ਕਲਮ ਬਣ ਜਾਂਦੀ ਹੈ। ਠੀਕ ਹੈ ਵੀਰੇ। ਤੇ ਜੇ ਤੁਸੀਂ ਅੰਗਰੇਜ਼ੀ ਦੇ ਵਿੱਚ ਕੈਲੀਗ੍ਰਾਫੀ ਕਰਨੀ ਹੈ ਜੀ ਤਾਂ ਉਹਦੇ ਲਈ ਹੋਰ ਕਈ ਤਰ੍ਹਾਂ ਦੇ ਟੂਲਸ ਆਉਂਦੇ ਆ। ਰੈਡੀਮੇਡ ਕਲਮਾਂ ਆਉਂਦੀਆਂ, ਡਿਪ ਪੈਨ ਆਉਂਦੇ ਆ, ਕੈਲੀਗ੍ਰਾਫੀ ਪੈਨ ਆਉਂਦੇ ਆ ਜੀ ਬਾਈ। ਜਿਹੜੀਆਂ ਹੁਣ ਜਿਹੜੀਆਂ ਮੇਰੇ ਅੱਗੇ ਕਲਮਾਂ ਪਈਆਂ ਇਹ ਸਾਰੀਆਂ ਰੈਡੀਮੇਡ ਕਲਮਾਂ ਇਹ। ਠੀਕ ਹੈ ਵੀਰੇ। ਇਹਨਾਂ ਨਾਲ ਅਸੀਂ ਗੁਰਬਾਣੀ ਦੀ ਵੀ ਕੈਲੀਗ੍ਰਾਫੀ ਕਰ ਸਕਦੇ ਹਾਂ, ਇੰਗਲਿਸ਼ ਦੀ ਵੀ ਕਰ ਸਕਦੇ ਹਾਂ ਜੀ ਬਾਈ। ਇਹਨਾਂ ਨੂੰ ਡਿਪ ਪੈਨ ਬੋਲਦੇ ਆ। ਆਹ ਡਿਪ ਪੈਨ ਹੈ। ਆਹ ਜਿਹੜੇ ਹੈਗੇ ਆ ਇਹਨਾਂ ਨੂੰ ਓਬਲੀਕ ਪੈਨ ਬੋਲਦੇ ਆ ਜੀ। ਇਹ ਜ਼ਿਆਦਾਤਰ ਕਰਸਿਵ ਲਿਖਣ ਦੇ ਲਈ ਇਹਨੂੰ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ ਹੈ ਜੀ ਬਾਈ। ਉਸ ਤੋਂ ਬਿਨਾਂ ਜਿਹੜੇ ਆਹ ਕਈ ਤਰ੍ਹਾਂ ਦੇ ਪੈਨ ਹੈਗੇ ਆ। ਆਹ ਜਿਹੜਾ ਪੈਨ ਹੈਗਾ ਇਹਨੂੰ ਪੈਰਲਰ ਪੈਨ ਬੋਲਦੇ ਆ। ਠੀਕ ਹੈ ਵੀਰੇ। ਇੰਗਲਿਸ਼ ਦੀ ਕੈਲੀਗ੍ਰਾਫੀ ਕਰ ਸਕਦੇ ਹਾਂ, ਇਹਦੇ ਨਾਲ ਅਸੀਂ ਪੰਜਾਬੀ ਦੀ ਅੱਖਰਕਾਰੀ ਕਰ ਸਕਦੇ ਹਾਂ ਜੀ। ਇਸ ਤੋਂ ਇਲਾਵਾ ਜਿਹੜੇ ਹੈਗੇ ਆ ਆਹ ਕੈਲੀਗ੍ਰਾਫੀ ਪੈਨ ਆ ਜਾਂਦੇ ਆ। ਇਹ ਮੇਰੇ ਕੋਲ ਸ਼ੈਫਰ ਕੰਪਨੀ ਦਾ ਹੈਗਾ ਜੀ, ਤੇ ਪਾਰਕਰ ਦਾ ਹੈਗਾ, ਲੈਮੀ ਦਾ ਹੈਗਾ। ਆਹ ਲੈਮੀ ਦਾ ਪੈਨ ਹੈ, ਜਰਮਨ ਮੇਡ ਹੈ, ਕਾਫੀ ਮਹਿੰਗੇ ਹੁੰਦੇ ਆ ਇਹ, 5-6 ਹਜ਼ਾਰ ਦਾ ਪੈਨ ਹੁੰਦਾ ਇਹ। ਠੀਕ ਹੈ ਵੀਰੇ। ਔਰ ਇਸ ਤੋਂ ਬਿਨਾਂ ਜਿਹੜੀ ਹੈਗੀਆਂ ਆ ਗਲਾਸ ਪੈਨ ਆ, ਕੱਚ ਦਾ ਆਹ ਕਲਮ ਆ।
ਠੀਕ ਹੈ ਜੀ। ਕਰਸਿਵ ਜਾਂ ਬਰੀਕ ਅੱਖਰ ਦੇ ਵਿੱਚ ਲਿਖਣ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ। ਜੀ ਬਾਈ ਮਤਲਬ ਜਿਸ ਤਰ੍ਹਾਂ ਦੀ ਤੁਸੀਂ ਕੈਲੀਗ੍ਰਾਫੀ ਕਰਨੀ ਹੈ ਉਸੇ ਤਰ੍ਹਾਂ ਦੇ ਜਿਹੜੇ ਹੈ ਟੂਲ ਵਰਤੇ ਜਾਂਦੇ ਹੈ। ਜੀ। ਪਰ ਜਿਹੜੀ ਮੇਨ ਗੁਰਮੁਖੀ ਜਾਂ ਪੰਜਾਬੀ ਦੀ ਅਸੀਂ ਕਰਦੇ ਹਾਂ ਕੈਲੀਗ੍ਰਾਫੀ, ਉਹਦੇ ਲਈ ਕਲਮਾਂ ਹੀ ਵਰਤੋਂ ਦੇ ਵਿੱਚ ਆਉਂਦੀਆਂ ਹੈ। ਜੀ ਬਾਈ ਠੀਕ ਹੈ। ਤੇ ਇੱਕ ਤੁਸੀਂ ਕਾਗਜ਼ ਦਿਖਾਓ ਸਾਨੂੰ। ਹਾਂ, ਕਾਗਜ਼ ਜਿਹੜੇ ਹੈਗੇ ਆ, ਜੇ ਤਾਂ ਕਿਸੇ ਨੇ ਸ਼ੁਰੂਆਤ ਕਰਨੀ ਹੈ ਜੀ ਤਾਂ ਇੱਕ ਆਰਟ ਕਾਰਡ ਹੁੰਦਾ, ਉਹ ਕਾਫੀ ਸਖਤ ਕਾਗਜ਼ ਹੁੰਦਾ, ਇੱਕ ਪਾਸੇ ਥੋੜਾ ਜਿਹਾ ਖੁਰਦਰਾ ਹੁੰਦਾ, ਇੱਕ ਪਾਸੇ ਥੋੜਾ ਜਿਹਾ ਪਲੇਨ ਹੁੰਦਾ, ਉਹਦੇ ਤੇ ਅਸੀਂ ਸ਼ੁਰੂਆਤ ਕਰ ਸਕਦੇ ਹਾਂ। ਜੀ ਵੀਰੇ। ਜੇ ਉਸ ਤੋਂ ਬਾਅਦ ਅਸੀਂ ਕੈਲੀਗ੍ਰਾਫੀ ਕਰਨੀ ਹੈ ਆਪਦੇ ਸ਼ੌਂਕ ਦੇ ਤੌਰ ਤੇ, ਤਾਂ ਕੁਛ ਇਸ ਤਰ੍ਹਾਂ ਦੀਆਂ ਹੈਂਡਮੇਡ ਜਿਹੜੀਆਂ ਡਾਇਰੀਜ਼ ਆਉਂਦੀਆਂ। ਜੀ ਬਾਈ। ਇਹਨਾਂ ਦੇ ਵਿੱਚ ਜਿਹੜਾ ਮਤਲਬ ਹੱਥ ਦੁਆਰਾ ਤਿਆਰ ਕੀਤਾ ਕਾਗਜ਼ ਲੱਗਿਆ ਹੁੰਦਾ ਜੀ। ਬੜੀ ਇਹਦੀ ਵਧੀਆ ਕੁਆਲਿਟੀ ਹੁੰਦੀ ਹੈ, ਇਹ ਅਸੀਂ ਵਰਤ ਸਕਦੇ ਹਾਂ। ਜੀ ਵੀਰੇ। ਇਹਦਾ ਕਾਗਜ਼ ਤਾਂ ਬਿਲਕੁਲ ਚਿੱਟਾ ਹੈ। ਔਰ ਜਿਹੜੀ ਆਹ ਡਾਇਰੀ ਹੈਗੀ ਹੈ, ਕਾਗਜ਼ ਇਹਦਾ ਵੀ ਹੱਥ ਦੁਆਰਾ ਬਣਿਆ ਹੋਇਆ ਹੈ। ਜੀ। ਔਰ ਇਹਨੂੰ ਥੋੜੀ ਜੀ ਐਂਟੀਕ ਪੁਰਾਤਨ ਲੁੱਕ ਦਿੱਤੀ ਗਈ ਹੈ, ਵੀ ਇਸ ਤਰ੍ਹਾਂ ਦੇਖਣ ਦੇ ਵਿੱਚ ਲੱਗਦਾ ਵੀ ਇਹ ਬਹੁਤ ਪੁਰਾਣਾ ਕਾਗਜ਼ ਹੈ। ਠੀਕ ਹੈ। ਪਰ ਕਾਗਜ਼ ਪੁਰਾਣਾ ਨਹੀਂਗਾ, ਇਹਦੇ ਉੱਪਰ ਰੰਗ ਲਗਾ ਕੇ ਉਹਨੂੰ ਪੁਰਾਣੀ ਦਿੱਖ ਦਿੱਤੀ ਗਈ ਹੈ। ਜੀ ਬਾਈ। ਔਰ ਜਿਹੜਾ ਕਾਗਜ਼ ਹੈ, ਕਾਗਜ਼ ਜਿਹੜਾ ਹੈਗਾ ਕੈਲੀਗ੍ਰਾਫੀ ਕਾਗਜ਼ ਹੈ, ਉਹ ਦੋ ਤਰ੍ਹਾਂ ਦਾ ਹੁੰਦਾ ਹੈ। ਜੀ। ਇੱਕ ਤਾਂ ਬਣਦਾ ਕਾਟਨ ਬੇਸ। ਜੀ ਵੀਰੇ। ਜਿਹੜੇ ਸਾਡੇ ਕਾਟਨ ਦੇ ਪੁਰਾਣੇ ਕੱਪੜੇ ਹੁੰਦੇ ਆ, ਉਹਨਾਂ ਨੂੰ ਗਾਲ ਕੇ ਉਹਦੇ ਤੋਂ ਕਾਗਜ਼ ਤਿਆਰ ਕੀਤਾ ਜਾਂਦਾ ਹੈ। ਠੀਕ ਹੈ ਜੀ। ਇੱਕ ਹੁੰਦਾ ਜੂਟ ਬੇਸ। ਜੀ। ਸਣ ਜਿਹਦੇ ਅਸੀਂ ਸਾਡੇ ਬਜ਼ੁਰਗ ਰੱਸੇ ਵੜਦੇ ਰਹੇ ਆ, ਜੀ, ਉਹ ਸਣ ਤੋਂ ਤਿਆਰ ਹੁੰਦਾ ਹੈ। ਠੀਕ ਹੈ ਬਾਈ। ਕੈਲੀਗ੍ਰਾਫੀ ਦੇ ਲਈ ਜਿਹੜਾ ਸਭ ਤੋਂ ਵਧੀਆ ਪੇਪਰ ਗਿਣਿਆ ਜਾਂਦਾ, ਉਹ ਸਣ ਤੋਂ ਤਿਆਰ ਕੀਤਾ ਗਿਆ ਪੇਪਰ ਮੰਨਿਆ ਜਾਂਦਾ ਹੈ। ਉਹਦੇ ਵਿੱਚ ਕਈ ਤਰ੍ਹਾਂ ਦੀਆਂ ਕੁਆਲਿਟੀਜ਼ ਆਉਂਦੀਆਂ। ਮਤਲਬ ਆਹ ਵਾਲਾ ਕਾਗਜ਼ ਹੈ ਜਿਹੜਾ, ਇਹ ਤੁਸੀਂ ਹੱਥ ਲਾ ਕੇ ਦੇਖੋ, ਕਾਫੀ ਮੋਟਾ ਹੈ ਇਹ। ਇਹਦੇ ਉੱਪਰ ਸ਼ਾਈ ਨਹੀਂ ਫੈਲਦੀ ਗੀ। ਠੀਕ ਹੈ ਵੀਰੇ। ਇਹ ਸਣ ਦਾ ਬਣਿਆ ਹੋਇਆ ਪੇਪਰ ਹੈ। ਜੀ ਬਾਈ। ਇਹਦੇ ਵਿੱਚ ਚਿੱਟੇ ਰੰਗ ਦੇ ਵਿੱਚ ਵੀ ਆਉਂਦਾ, ਇਹ ਆਹ ਪੀਲੇ ਰੰਗ ਦੇ ਵਿੱਚ ਵੀ ਆਉਂਦਾ। ਕਈ ਤਰ੍ਹਾਂ ਦੇ ਕਾਗਜ਼ ਆ ਜਿਹੜੇ ਕੈਲੀਗ੍ਰਾਫੀ ਦੇ ਤੌਰ ਤੇ ਅਸੀਂ ਵਰਤਦੇ ਆ, ਇਹ ਜਿਹੜੇ ਸਣ ਤੋਂ ਤਿਆਰ ਹੁੰਦੇ ਆ। ਅੱਛਾ, ਮਿਲ ਸੌਖੇ ਜਾਂਦੇ ਆ ਕਿ ਜਾਂ ਕਿਤੇ ਖਾਸ ਕੋਈ ਦੁਕਾਨ ਇਹਨਾਂ ਦੀ? ਇਹ ਸੌਖੇ ਨਹੀਂ ਮਿਲਦੇ ਵੀਰੇ, ਇਹ ਮਤਲਬ ਜੈਪੁਰ ਤੋਂ ਹੀ ਮਿਲਦੇ। ਕਾਗਜ਼ ਦਾ ਜਿਹੜਾ ਸਭ ਤੋਂ ਜ਼ਿਆਦਾ ਕੰਮ ਹੈ ਉਹ ਜੈਪੁਰ ਹੁੰਦਾ। ਜੀ ਵੀਰੇ। ਜੈਪੁਰ ਤੋਂ ਇਲਾਵਾ ਤੁਹਾਨੂੰ ਦਿੱਲੀ ਛਾਬੜੀ ਬਾਜ਼ਾਰ ਦੇ ਵਿੱਚੋਂ ਇਹ ਮਿਲ ਸਕਦਾ ਹੈ। ਜੀ ਬਾਈ। ਆਪਣੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਕਾਗਜ਼ ਨਹੀਂ ਮਿਲਦਾਗਾ। ਅੱਛਾ, ਇਹਦੀ ਕੀਮਤ? ਇਹਦੀ ਕੀਮਤ ਤਾਂ ਵੈਸੇ ਕਾਫੀ ਹੁੰਦੀ ਹੈ। ਇਹ ਜਿਹੜੀ ਸ਼ੀਟ ਹੈਗੀ ਹੈ, ਇਹਦੀ ਕੀਮਤ 80 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ। 80 ਰੁਪਏ ਸਕੁਅਰ? ਨਹੀਂ, 80 ਰੁਪਏ ਜਿੱਦਾਂ ਆਪਣਾ ਇੱਕ ਚਾਰਟ ਪੇਪਰ ਹੁੰਦਾ ਹੈ। ਜੀ ਬਾਈ। ਉੱਡੀ ਕੀ ਸ਼ੀਟ ਹੁੰਦੀ ਹੈ ਇਹ। ਠੀਕ ਹੈ ਵੀਰੇ। 80 ਰੁਪਏ ਤੋਂ ਲੈ ਕੇ 500 1000 ਤੱਕ ਉਹਨਾਂ ਕੋਲੇ ਸ਼ੀਟਾਂ ਹੈਗੀਆਂ। ਠੀਕ ਹੈ ਜੀ। ਜਿਹੜੀਆਂ ਕੋਸਟਲੀ ਸ਼ੀਟਾਂ, ਉਹਨਾਂ ਦੀ ਜਿਹੜੀ ਥਿਕਨੈਸ ਹੈ, ਮੋਟਾਈ ਹੈ, ਬਹੁਤ ਘੱਟ ਹੁੰਦੀ ਹੈ। ਜੀ। ਮੇਰੇ ਕੋਲੇ ਕੁਝ ਸ਼ੀਟਾਂ ਪਈਆਂ, ਮੈਂ 3-4 ਸਾਲ ਪਹਿਲਾਂ 500 ਰੁਪਏ ਦੀ ਸ਼ੀਟ ਲੈ ਆਇਆ ਸੀਗਾ। ਉਹ ਮਤਲਬ ਜਿਸ ਤਰ੍ਹਾਂ ਆਪਣਾ ਪਿਆਜ਼ ਦਾ ਛਿਲਕਾ ਹੁੰਦਾ ਹੈ, ਜੀ ਬਾਈ, ਇੰਨੀ ਪਤਲੀ ਸ਼ੀਟ ਆ ਉਹ। ਅੱਛਾ। ਔਰ ਉਹਨਾਂ ਦੇ ਕੋਲੋਂ ਜਿਹੜੀਆਂ ਮੈਂ ਸ਼ੀਟਾਂ ਹੋਰ ਵੀ ਦੇਖੀਆਂ, ਅਰਬ ਕੰਟਰੀਜ਼ ਦੇ ਵਿੱਚ ਸ਼ੀਟਾਂ ਉਹਨਾਂ ਕੋਲੇ ਜਾਂਦੀਆਂ। ਜੀ ਬਾਈ। ਉਹਨਾਂ ਦੇ ਉੱਪਰ ਆਂਡੇ ਦੀ ਕੋਟਿੰਗ ਕਰਦੇ ਆ ਉਹ ਕਾਗਜ਼ ਦੇ ਉੱਪਰ ਚਮਕ ਦੇਣ ਵਾਸਤੇ। ਪਰ ਉਹ ਅਸੀਂ ਨਹੀਂ ਵਰਤਦੇ, ਕਿਉਂਕਿ ਉਹ ਗੁਰਬਾਣੀ ਲਈ ਆਪਣੇ ਉਹ ਸ਼ੀਟਾਂ ਵਰਜਿਤ ਆ, ਆਪਾਂ ਨਹੀਂ ਵਰਤ ਸਕਦੇ। ਤੇ ਗੁਰਬਾਣੀ ਦੇ ਲਈ ਤਾਂ ਮਤਲਬ ਜਿਹੜੀਆਂ ਆਮ ਸਧਾਰਨ ਸ਼ੀਟਾਂ ਉਹ ਵਰਤਦੇ ਆ, ਜਿਨ੍ਹਾਂ ਦੀ ਕੀਮਤ 80 ਤੋਂ ਲੈ ਕੇ 400-500 ਤੱਕ ਹੁੰਦੀ ਹੈ। ਬਿਲਕੁਲ ਬਾਈ। ਇੱਕ ਰਿੰਪੇ ਵੀਰੇ, ਤੁਸੀਂ ਇਹ ਦੱਸੋ, ਜਦੋਂ ਤੁਸੀਂ ਕਾਗਜ਼ ਤੇ ਲਿਖਣਾ ਸ਼ੁਰੂ ਕਰਦੇ ਹੋ, ਜੀ ਬਾਈ, ਉਹਦੀ ਵੰਡ ਕਿਵੇਂ ਕਰਦੇ ਹੋ? ਵੀ ਇੰਨਾ ਥਾਂ ਛੱਡਣਾ ਹੈ ਜਾਂ ਉੱਤੋਂ ਥੱਲੇ ਕੀ ਹਿਸਾਬ ਕਿਤਾਬ ਹੁੰਦਾ ਉਹਦਾ? ਉਹਦੇ ਲਈ ਵੀਰੇ ਪਹਿਲਾਂ ਦੇਖਣਾ ਪੈਂਦਾ ਵੀ ਅਸੀਂ ਕਿਹੜੀ ਇਬਾਰਤ ਲਿਖਣੀ ਹੈ ਉੱਤੇ। ਜੀ ਬਾਈ। ਉਹਦੀਆਂ ਕਿੰਨੀਆਂ ਸਤਰਾਂ ਹੈ? ਜੀ। ਇੱਕ ਸਤਰ ਦੇ ਵਿੱਚ ਉਹਦੇ ਕਿੰਨੇ ਸ਼ਬਦ ਹੈ? ਜੀ ਬਾਈ। ਉਸ ਹਿਸਾਬ ਦੇ ਨਾਲ ਅਸੀਂ ਜਿਹੜਾ ਉਹਦਾ ਫੌਂਟ ਹੈ ਕਿੰਨਾ ਮੋਟਾ ਰੱਖਣਾ, ਕਿੰਨੀ ਮੋਟਾਈ ਦੇ ਵਿੱਚ ਅੱਖਰ ਰੱਖਣਾ ਹੈ। ਜੀ। ਉਹਦੇ ਹਿਸਾਬ ਦੇ ਨਾਲ ਜਿਹੜਾ ਹੈਗਾ, ਪਹਿਲਾਂ ਇੱਕ ਲਾਈਨ ਲਿਖ ਕੇ ਵੇਖ ਲਈਦੀ ਹੈ ਵੀ ਇੰਨਾ ਮੋਟਾ ਅਸੀਂ ਲਿਖ ਲਿਆ, ਇਸ ਲਾਈਨ ਦੇ ਵਿੱਚ ਇੰਨੇ ਅੱਖਰ ਹੈ, ਇੰਨੇ ਸ਼ਬਦ ਹੈ। ਇਹ ਲਾਈਨ ਮੰਨ ਲਓ ਜੇ 10 ਸੈਂਟੀਮੀਟਰ ਦੇ ਵਿੱਚ ਲਿਖੀ ਜਾਂਦੀ ਹੈ, ਤਾਂ ਕਾਗਜ਼ ਦੇ ਪਾਸੇ ਅਸੀਂ ਇੰਚ ਦਾ ਹਾਸ਼ੀਆ ਛੱਡਣਾ ਜਾਂ 2-2 ਇੰਚ ਦਾ ਹਾਸ਼ੀਆ ਛੱਡਣਾ, ਉਸ ਹਿਸਾਬ ਦੇ ਨਾਲ ਫਿਰ ਜਿਹੜਾ ਕਾਗਜ਼ ਹੈ ਕੱਟ ਲਿਆ ਜਾਂਦਾ ਹੈ। ਵਿਚਾਲੇ ਇੱਕ ਸੈਂਟਰ ਲਾਈਨ ਲਗਾ ਕੇ ਤੇ ਮਤਲਬ ਉਹਦੇ ਦੋਨੇ ਪਾਸੇ ਵੰਡ ਕਰਕੇ ਉਹ ਲਾਈਨ ਲਿਖ ਲਈਦੀ ਹੈ। ਠੀਕ ਹੈ ਵੀਰੇ। ਮਤਲਬ ਕੀ ਹੈ, ਜਿਹੜੀ ਇਬਾਰਤ ਲਿਖਣੀ ਹੈ ਉਹ ਕਾਗਜ਼ ਦੇ ਵਿੱਚੋਂ ਉੱਭਰ ਕੇ ਆਉਣੀ ਚਾਹੀਦੀ ਹੈ। ਇਹ ਨਾ ਹੋਵੇ ਵੀ ਅਸੀਂ ਇੱਕ ਲਾਈਨ ਸ਼ੁਰੂ ਇੱਥੋਂ ਕਰ ਲਈਏ, ਅੱਧ ਦੇ ਵਿੱਚ ਖਤਮ ਹੋ ਜੇ, ਦੂਜੀ ਲਾਈਨ ਜਿਹੜੀ ਹੈ ਅਸੀਂ ਸ਼ੁਰੂ ਤੋਂ ਸ਼ੁਰੂ ਕਰੀਏ ਤੋਂ ਐਂਡ ਤੇ ਜਾ ਕੇ ਖਤਮ ਹੋਵੇ। ਉਹ ਪਹਿਲਾਂ ਸ਼ਬਦਾਂ ਦੀ ਵੰਡ ਕਰਨੀ ਪੈਂਦੀ ਹੈ। ਜੀ ਬਾਈ। ਵੀ ਇੱਕ ਇਬਾਰਤ ਦੇ ਵਿੱਚ ਕਿੰਨੇ ਸ਼ਬਦ ਹੈ, ਔਰ ਉਹ ਜਿਹੜੇ ਸ਼ਬਦ ਹੈ ਇੱਕ ਸਤਰ ਦੇ ਵਿੱਚ ਕਿੰਨੇ ਆਉਣਗੇ, ਕਿੰਨੇ ਅੱਖਰ ਆਉਣਗੇ, ਕਿੰਨੀਆਂ ਮਾਤਰਾਵਾਂ ਆਉਣਗੀਆਂ। ਸ਼ੁਰੂ ਦੇ ਵਿੱਚ ਇਹ ਕੰਮ ਥੋੜਾ ਜਿਹਾ ਔਖਾ ਲੱਗਦਾ ਹੈ, ਪਰ ਜਿਵੇਂ ਤੁਹਾਡਾ ਅਭਿਆਸ ਹੋ ਜਾਂਦਾ ਤਾਂ ਫਿਰ ਤੁਹਾਡੀਆਂ ਅੱਖਾਂ ਦੇ ਨਾਲ ਹੀ ਤੁਸੀਂ ਮਿਹਨਤੀ ਕਰ ਲੈਂਦੇ ਆ, ਯਾਰ ਵੀ ਆਹ ਜਿਹੜੀ ਲਾਈਨ ਹੈ ਇੱਥੋਂ ਤੱਕ ਪੂਰੀ ਹੋ ਜਾਊਗੀ ਤੇ ਆਪਾਂ ਅੱਗੇ ਇੰਨੀ ਕੁ ਜਗ੍ਹਾ ਛੱਡ ਲਈਏ, ਇੰਨੀ ਕੁ ਪਿੱਛੇ ਛੱਡ ਲਈਏ। ਅੱਛਾ, ਇੱਕ ਜ਼ਰੂਰੀ ਗੱਲ, ਕਲਮਾਂ ਬਾਰੇ ਆਪਾਂ ਗੱਲ ਕਰ ਲਈ, ਸ਼ਾਹੀ ਬਾਰੇ ਦੱਸੋ।
ਸ਼ਾਹੀ ਵੀਰੇ ਵੈਸੇ ਤਾਂ ਜੇ ਆਪਾਂ ਸ਼ੁਰੂਆਤ ਕਰਨੀ ਹੈ ਤਾਂ ਕਿਸੇ ਵੀ ਸ਼ਾਹੀ ਤੋਂ ਕਰ ਸਕਦੇ ਹਾਂ। ਜੀ ਵੀਰੇ। ਸ਼ੁਰੂਆਤ ਦੇ ਲਈ ਆਪਾਂ ਨੂੰ ਕੋਈ ਉਹ ਨਹੀਂ ਹੈਗਾ ਵੀ ਆਪਾਂ ਚੰਗੀ ਤੋਂ ਚੰਗੀ ਸ਼ਾਹੀ ਵਰਤੀਏ। ਜੀ ਬਾਈ। ਜਿਵੇਂ ਜਿਵੇਂ ਸਾਡਾ ਅਭਿਆਸ ਵੱਧਦਾ ਜਾਂਦਾ ਫਿਰ ਸਾਡੇ ਅੰਦਰ ਇੱਕ ਕਰਿਓਸਿਟੀ ਪੈਦਾ ਹੁੰਦੀ ਜਾਂਦੀ ਹੈ ਵੀ ਯਾਰ ਨਹੀਂ ਆਪਾਂ ਹੋਰ ਥੋੜਾ ਜਿਹਾ ਚੰਗਾ ਕੰਮ ਕਰੀਏ। ਜੀ ਬਾਈ। ਵੈਸੇ ਆਮ ਆਪਣੇ ਕੈਮਲਿਨ ਦੀਆਂ ਸ਼ਾਹੀਆਂ ਮਿਲ ਜਾਂਦੀਆਂ 20 ਰੁਪਏ ਦੀ ਸ਼ੀਸ਼ੀ ਹੁੰਦੀ ਹੈ ਜੀ। ਅਸੀਂ ਜੇ ਸ਼ੁਰੂਆਤ ਉਹ ਤੋਂ ਕਰਦੇ ਹਾਂ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਉਹਦੇ ਨਾਲ ਜਿਹੜੀ ਚੰਗੀ ਆ ਪਾਰਕਰ ਦੀ ਸ਼ਾਹੀ ਆ ਜਾਂਦੀ ਹੈ ਜੀ। ਉਸ ਤੋਂ ਜੇ ਅਸੀਂ ਥੋੜਾ ਜਿਹਾ ਚੰਗੇ ਵੱਲ ਜਾਂਦੇ ਹਾਂ ਤਾਂ ਜਿਹੜੀਆਂ ਇੰਪੋਰਟਡ ਸ਼ਾਹੀਆਂ ਆ ਜਾਂਦੀਆਂ। ਠੀਕ ਹੈ ਵੀਰੇ। ਜਿਵੇਂ ਲੈਮੀ ਦੀ ਸ਼ਾਹੀ ਹੋ ਗਈ, ਸ਼ੈਫਰ ਦੀ ਹੋ ਗਈ, ਵਿੰਸਰ ਨਿਊਟਨ ਹੈ, ਕਈ ਤਰ੍ਹਾਂ ਦੇ ਬ੍ਰਾਂਡ ਹੈਗੇ ਆ ਜਿਹੜੇ ਸਾਨੂੰ ਐਮਾਜ਼ਨ ਵਗੈਰਾ ਜਾਂ ਫਲਿੱਪਕਾਰਟ ਤੇ ਮਿਲ ਜਾਂਦੇ ਆ। ਠੀਕ ਹੈ ਵੀਰੇ। ਤੇ ਜਿਹੜੀ ਗੁਰਬਾਣੀ ਦੀ ਅੱਖਰਕਾਰੀ ਕਰਦੇ ਆ ਗੁਰੂ ਸਾਹਿਬ ਜਿਹੜੇ ਕਰਦੇ ਰਹੇ ਸੀ ਉਹਨਾਂ ਦੀ ਇੱਕ ਬੜੀ ਵਧੀਆ ਸ਼ਾਹੀ ਤਿਆਰ ਕੀਤੀ ਸੀਗੀ ਉਹਨਾਂ ਨੇ ਜੀ। ਉਹ ਸ਼ਾਹੀ ਦੇ ਵਿੱਚ ਸੋਨਾ ਵੀ ਪਾਇਆ ਜਾਂਦਾ ਸੀਗਾ ਜੀ। ਔਰ ਉਹ ਸ਼ਾਹੀ ਦਾ ਜਿਹੜਾ ਪ੍ਰੋਸੈਸ ਸੀਗਾ ਕਾਫੀ ਲੰਬਾ ਸੀ ਉਹਨੂੰ ਸ਼ਾਹੀ ਨੂੰ ਬਣਾਉਣ ਤੇ 20 ਦਿਨ ਲੱਗਦੇ ਸੀਗੇ। ਜੀ ਬਾਈ। ਉਹਦੇ ਵਿੱਚ ਸੋਨਾ ਮਿਲਾਇਆ ਜਾਂਦਾ ਸੀ ਕਈ ਤਰ੍ਹਾਂ ਦੀਆਂ ਜਿਹੜੀਆਂ ਕੁਦਰਤੀ ਗੂੰਦਾਂ ਮਿਲਾਈਆਂ ਜਾਂਦੀਆਂ ਸੀਗੀਆਂ ਜੀ। ਔਰ ਉਸ ਨੂੰ ਤਾਂਬੇ ਦੇ ਭਾਂਡੇ ਦੇ ਵਿੱਚ ਪਾ ਕੇ ਨਿੰਮ ਦੇ ਜਿਹੜੇ ਹੈਗੇ ਆ ਘੋਟਣੇ ਦੇ ਨਾਲ ਰਗੜਿਆ ਜਾਂਦਾ ਸੀਗਾ। ਠੀਕ ਹੈ ਵੀਰੇ। ਕਿਉਂਕਿ ਉਹਦਾ ਕਾਰਨ ਸੀਗਾ ਨਿੰਮ ਜਦੋਂ ਜਿਵੇਂ ਆਪਾਂ ਘੋਟਦੇ ਆ ਨਿੰਮ ਦਾ ਅਸਰ ਵਿੱਚ ਜਾਂਦਾ ਸੀਗਾ ਜੀ ਬਾਈ। ਤੇ ਨਿੰਮ ਦਾ ਅਸਰ ਵਿੱਚ ਜਾਣ ਕਰਕੇ ਉਹ ਕਾਗਜ਼ ਨੂੰ ਕੀੜਾ ਨਹੀਂ ਲੱਗਦਾ ਸੀਗਾ। ਉਹ ਸ਼ਾਹੀ ਤਾਂ ਅਸੀਂ ਨਹੀਂ ਤਿਆਰ ਕਰ ਸਕੇਗੇ। ਜੀ ਜੀ। ਕੋਸ਼ਿਸ਼ ਹੈ ਕਰ ਲਾਂਗੇ ਨੇੜੇ ਤੇੜੇ ਪਹੁੰਚ ਗਏ ਹਾਂ। ਨੁਕਸਾ ਸਾਡੇ ਕੋਲੇ ਹੈਗਾ ਸਮਾਨ ਵੀ ਪਿਆ ਬਟ ਉਹਨੂੰ ਤਿਆਰ ਕਰਨ ਲਈ ਹਜੇ ਸਾਡੇ ਕੋਲੇ ਸਮਾਂ ਨਹੀਂ ਮਿਲਿਆ ਮੈਨੂੰ। ਜੀ ਵੀਰੇ। ਤੇ ਉਸ ਤੋਂ ਇਲਾਵਾ ਇੱਕ ਅਨਾਰ ਦੇ ਛਿਲਕੇ ਤੋਂ ਸ਼ਾਹੀ ਤਿਆਰ ਕੀਤੀ ਸੀਗੀ। ਤੁਸੀਂ ਆਪ ਕੀਤੀ? ਹਾਂਜੀ ਜੀ। ਤੇ ਉਹ ਅਨਾਰ ਦੇ ਛਿਲਕੇ ਤੋਂ ਤਿਆਰ ਕੀਤੀ ਹੈ ਉਹਦੇ ਨਾਲ ਜਿਹੜਾ ਅਭਿਆਸ ਹੈ ਕੀਤਾ ਉਹਦਾ ਰਿਜ਼ਲਟ ਚੰਗਾ ਰਿਹਾ ਉਹਦਾ। ਠੀਕ ਹੈ ਵੀਰੇ। ਤੇ ਇਸੇ ਤਰ੍ਹਾਂ ਕੁਝ ਹੋਰ ਜਿਹੜੀਆਂ ਨੈਚੁਰਲ ਚੀਜ਼ਾਂ ਅਸੀਂ ਉਹਨਾਂ ਤੋਂ ਵੀ ਸ਼ਾਹੀਆਂ ਤਿਆਰ ਕਰ ਸਕਦੇ ਹਾਂ। ਜਦੋਂ ਜੈਪੁਰ ਗਏ ਸੀਗੇ ਤਾਂ ਉੱਥੇ ਅਸੀਂ ਦੇਖਿਆ ਵੀ ਉਹ ਕੱਪੜਾ ਰੰਗਦੇ ਆ ਉਹ। ਜੀ। ਉਹ ਕੱਪੜਾ ਰੰਗਣ ਦਾ ਕੰਮ ਉਹ ਕਰਦੇ ਆ ਜਿਹੜੇ ਮਤਲਬ ਨੈਚੁਰਲ ਕਲਰਸ ਆ ਉਹਨਾਂ ਤੋਂ। ਜੀ। ਉਹਨਾਂ ਨਾਲ ਗੱਲਬਾਤ ਕੀਤੀ ਵੀ ਤੁਸੀਂ ਤਿਆਰ ਕਿਵੇਂ ਕਰਦੇ ਆ। ਜੀ। ਉਹ ਕਹਿੰਦੇ ਕੁਝ ਕਲਰ ਤਾਂ ਜਿਹੜੇ ਹੈਗੇ ਨੈਚੁਰਲ ਸਟੋਨਸ ਹੈ ਕੁਦਰਤੀ ਪੱਥਰ ਹੈ ਉਹਨਾਂ ਤੋਂ ਕਰਦੇ ਆ। ਜੀ। ਕੁਝ ਕਲਰ ਕਹਿੰਦੇ ਵੀ ਅਸੀਂ ਜਿਹੜੇ ਹੈਗੇ ਫੁੱਲ ਹੈ ਜੀ ਉਹਨਾਂ ਤੋਂ ਕਰਦੇ ਆ। ਜਿਵੇਂ ਗੇਂਦੇ ਦੇ ਫੁੱਲ ਤੋਂ ਉਹ ਪੀਲਾ ਰੰਗ ਤਿਆਰ ਕਰਦੇ ਆ। ਹਰਾ ਰੰਗ ਉਹ ਜਿਹੜੇ ਹੈਗੇ ਪੱਤਿਆਂ ਨੂੰ ਗਾਲ ਕੇ ਕਰਦੇ ਆ। ਜੀ। ਬਥੇਰਾ ਉਹਨਾਂ ਨੂੰ ਅਸੀਂ ਪੁੱਛਿਆ ਵੀ ਸੀਗਾ ਵੀ ਸਾਨੂੰ ਵੀ ਤਰੀਕਾ ਦੱਸ ਦਿਓ। ਕਹਿੰਦੇ ਯਾਰ ਜੇ ਅਸੀਂ ਤੁਹਾਨੂੰ ਤਰੀਕਾ ਦੱਸਤਾ ਸਾਡੇ ਕੋਲੇ ਕੀ ਰਹਿ ਜਾਊਗਾ। ਤੇ ਠੀਕ ਹੈ ਕਈ ਕੁਦਰਤੀ ਢੰਗ ਹੈਗੇ ਆ ਜਿਨ੍ਹਾਂ ਦੇ ਨਾਲ ਅਸੀਂ ਰੰਗ ਤੇ ਸ਼ਾਹੀਆਂ ਤਿਆਰ ਕਰ ਸਕਦੇ ਹਾਂ। ਚਲੋ ਇੱਕ ਆਖਰੀ ਸਵਾਲ ਬਾਈ ਜਾਂਦੇ ਜਾਂਦੇ, ਜਿਵੇਂ ਇੱਕ ਗਾਉਣ ਵਾਲਾ ਉਹ ਰਿਆਜ਼ ਕਰਦਾ ਰੋਜ਼ ਜੀ, ਲਿਖਣ ਵਾਲੇ ਦਾ ਅਭਿਆਸ ਹੁੰਦਾ ਉਹ ਲਿਖਦਾ, ਤੁਸੀਂ ਕੈਲੀਗ੍ਰਾਫੀ ਰੋਜ਼ ਵਾਂਗੂ ਕਰਦੇ ਹੋ? ਹਾਂ ਤਕਰੀਬਨ ਰੋਜ਼ ਵਾਂਗੂ ਕਰਦੇ ਆ ਜੀ। ਜੇ ਨਾ ਵੀ ਸਮਾਂ ਲੱਗੇ ਤਾਂ ਸਕੂਲ ਦੇ ਵਿੱਚ ਬੱਚਿਆਂ ਦੀਆਂ ਜਿਹੜੀਆਂ ਕਾਪੀਆਂ ਤੇ ਨਾਂ ਲਿਖ ਕੇ ਆਪਦਾ ਝੱਸ ਪੂਰਾ ਕਰ ਲਈਦਾ ਹੈ। ਕਿਉਂਕਿ ਜਦੋਂ ਕੋਈ ਬੱਚਾ ਨਵੀਂ ਕਾਪੀ ਲੈ ਕੇ ਆਉਂਦਾ ਉਹਨੂੰ ਸ਼ੌਂਕ ਹੁੰਦਾ ਵੀ ਮੇਰਾ ਨਾਂ ਸੋਹਣਾ ਕਰਕੇ ਪਾਇਆ ਹੋਵੇ। ਕਈ ਵਾਰੀ ਤਾਂ 20 ਬੱਚੇ ਇਕੱਠੇ ਆ ਜਾਂਦੇ ਸਰ ਜੀ ਮੇਰੀ ਕਾਪੀ ਤੇ ਨਾਂ ਲਿਖ ਦਿਓ, ਮੇਰੇ ਜੀ ਮੋਰਨੀ ਵਾਲਾ ਨਾਂ ਲਿਖੋ ਜੀ, ਮੇਰੇ ਜੀ ਇਹ ਸਟਾਈਲ ਦਾ ਨਾਂ ਲਿਖੋ। ਉਹ ਬੱਚਿਆਂ ਨੂੰ ਵੀ ਸਟਾਈਲ ਜ਼ਿਆਦਾ ਵੀ ਕਿ ਕਿਸ ਤਰ੍ਹਾਂ ਨਾਲ ਨਾਂ ਲਿਖੇ ਆ। ਤੇ ਬਈ ਇਹ ਇੱਕ ਇਬਾਦਤ ਵਾਲਾ ਕੰਮ ਹੈ। ਬਿਲਕੁਲ ਬਾਈ। ਜੇ ਕਿਸੇ ਦਿਨ ਕੋਈ ਮਾੜਾ ਮੋਟਾ ਐਂ ਲੱਗਦਾ ਵੀ ਯਾਰ ਅੱਜ ਅਭਿਆਸ ਨਹੀਂ ਹੋਇਆ ਤਾਂ ਸਰੀਰ ਜਿਵੇਂ ਟੁੱਟਣ ਲੱਗ ਜਾਂਦਾ ਨਾ ਐਂ ਲੱਗਦਾ ਯਾਰ ਵੀ ਕੁਝ ਛੁੱਟ ਗਿਆ ਅੱਜ। ਬਿਲਕੁਲ। ਤੇ ਤਕਰੀਬਨ ਭਾਵੇਂ ਬਈ 2 ਲਾਈਨਾਂ ਲਿਖੀਏ ਤੇ ਰੋਜ਼ ਵਾਂਗੂ ਅਭਿਆਸ ਕਰਨਾ ਪੈਂਦਾ ਹੈ। ਬਿਲਕੁਲ। ਜੇ ਅਸੀਂ ਅਭਿਆਸ ਨਾ ਕਰਾਂਗੇ ਤਾਂ ਯਾਰ ਥੋੜਾ ਜਿਹਾ ਅਸੀਂ ਅਵੇਸਲੇ ਹੋ ਗਏ ਨਾ ਤੇ ਕੰਮ ਤੋਂ ਦੂਰ ਚਲੇ ਜਾਵਾਂਗੇ। ਬਿਲਕੁਲ ਬਾਈ। ਸੋ ਬਾਈ ਇਹ ਸੀ ਬਾਈ ਰਿੰਪੇ ਬਰਾੜ ਹੋਣੀ। ਬਹੁਤ ਸਾਰੀਆਂ ਗੱਲਾਂ ਬਾਤਾਂ ਕੈਲੀਗ੍ਰਾਫੀ ਨਾਲ ਜੁੜੀਆਂ ਆਪਾਂ ਸਿੱਖਣ ਨੂੰ ਮਿਲੀਆਂ ਇਹਨਾਂ ਤੋਂ, ਸ਼ਾਹੀ ਬਾਰੇ, ਕਲਮਾਂ ਬਾਰੇ ਬਹੁਤ ਬਰੀਕੀ ਦੇ ਨਾਲ ਬਾਈ ਹੁਣ ਸਾਰੀਆਂ ਗੱਲਾਂ ਬਾਤਾਂ ਸਮਝਾਈਆਂ ਨੇ। ਤੇ ਆਸ ਕਰਦੇ ਹਾਂ ਸਾਡੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਣੀ ਆ। ਚੰਗੀ ਲੱਗੀ ਹੋਰਾਂ ਨਾਲ ਸਾਂਝੀ ਜ਼ਰੂਰ ਕਰਿਓ। ਧੰਨਵਾਦ। ਧੰਨਵਾਦ।